देवीं सरस्वतीं व्यासं ततो जयमुदीरयेत्। सच्चिदानन्दरूपाय विश्वोत्पत्त्यादिहेतवे तापत्रयविनाशाय श्रीकृष्णाय वयं नमः। कथा प्रारंभ होते है, सुनो वीर हनुमान, आसने अपने आइए, तेज पुंज बलिधाम सियावर राम जय जय राम। अवधपति राम जय जय राम। मंगल भवन अमंगल हारी, द्रवहु सुदशरथ अजर बिहारी। बोलो सच्चिदानंद भगवान की जय, शंकर भगवान की जय, सियावर रामचंद्र महाराज की, पवन सुत हनुमान की जय। हे माई सच्चियाँ जोता वाली माता तेरी सदा, सत्य सनातन धर्म की जय। गणपति गणेश को, उमापति महेश को मेरा प्रणाम है, मेरा प्रणाम है। गणपति गणेश को गणपति गणेश को, उमापति महेश को मेरा प्रणाम है, मेरा प्रणाम है। गणपति गणेश को शंभू जी के बाल को, गौरा माँ के लाल को, शंभू जी के बाल को, शंभू जी के बाल को, गौरा माँ के लाल को, शंभू जी के बाल को, शंभू जी के बाल को, गौरा माँ के लाल को मेरा प्रणाम है, मेरा प्रणाम है। गणपति अम्बे याद भवानी को,
जग कल्याणी को, अम्बे आदि भवानी को, अम्बे आदि भवानी को, जग कल्याणी को, अम्बे आदि भवानी को, अम्बे आदि भवानी को, जग कल्याणी को, मेरा प्रणाम है, मेरा प्रणाम है गणपति गणेश को। कृष्ण कन्हैया को, बलराम जी के भैया को, कृष्ण कन्हैया को कृष्ण कन्हैया को, बलराम जी के भैया को, कृष्ण कन्हैया को, कृष्ण कन्हैया को, बलराम जी के भैया को, मेरा प्रणाम है, मेरा प्रणाम है गणपति गणेश को। मेरा प्रणाम है। अंजनी के पूत को, श्री राम जी के दूत को, अंजनी के पूत को, अंजनी के पूत को, श्री राम जी के दूत को, अंजनी के पूत को, अंजनी के पूत को, श्री राम जी के दूत को, मेरा प्रणाम है, मेरा प्रणाम है गणपति गणेश को। गणपति गणेश को, उमापति महेश को, मेरा प्रणाम है, मेरा प्रणाम है गणपति गणेश को। मेरा प्रणाम है, मेरा प्रणाम है। बोलो गणपति जी महाराज की जय। सत्य सनातन धर्म की जय। बड़ा ही पावन पवित्र समा कि जिस दे अंदर आप आसा बैठ के विघ्नहर्ता विघ्नेश भगवान गणपति जी महाराज दी इस पावन पवित्र कथा दे प्रसंग नूं सुन रहे हैं। गणपति जी महाराज दियां लीलावां उन्हां नूं सुनना और सुनाउणा जीव दे कल्याण दा कारण बनदियां, क्योंकि कथा वो है जिहदे नाल साडा कल्याण होवे। कथा साडे चिंतन नूं बदलदी है, जिवें पहले भी दस्सिया गया। कथा साडे चित्र नूं, साडी तस्वीर नूं, साडी फोटो नूं नहीं बदलदी, वो ज्यों का त्यों रहिंदा है। लेकिन
ਅੰਦਰ ਜੋ ਸਾਡੇ ਚਿੰਤਨ ਹੁੰਦਾ ਹੈ, ਜੋ ਸਾਡੇ ਅੰਦਰ ਸੋਚ ਹੁੰਦੀ ਹੈ, ਉਹ ਅੰਦਰਲੀ ਜਿਹੜੀ ਸੋਚ ਹੈ ਨਾ, ਸਤਸੰਗ ਦੇ ਵਿੱਚ ਆ ਕੇ ਉਹ ਬਦਲਦੀ ਹੈ। ਸਠ ਸੁਧਰੈ ਹੀ ਸਤ ਸੰਗਤੀ ਪਾਈ। ਗੋਸਵਾਮੀ ਤੁਲਸੀਦਾਸ ਜੀ ਨੇ ਬੜਾ ਸੁੰਦਰ ਸ਼ਬਦਾਂ ਦੇ ਅੰਦਰ ਲਿਖਿਆ ਕਿ ਸਠ, ਜੋ ਮੂਰਖ ਹੈ, ਜਿਸ ਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਕਿਤੇ, ਜੇਕਰ ਉਹ ਵੀ ਸਤਸੰਗ ਦੇ ਵਿੱਚ ਆ ਜਾਵੇ, ਸੱਜਣ ਜੀਵਾਂ ਦਾ ਸੰਗ ਮਿਲ ਜਾਵੇ, ਤਾਂ ਉਹ ਜੀਵ ਮਾੜਾ ਹੈ ਜਿਹੜਾ ਉਹ ਵੀ ਸੁਧਰ ਜਾਂਦਾ ਹੈ। ਬਹੁਤ ਸਾਰੀਆਂ ਕਥਾਵਾਂ, ਬੜੀਆਂ ਦ੍ਰਿਸ਼ਟਾਂਤ ਗ੍ਰੰਥਾਂ ਦੇ ਅੰਦਰ ਆਪਣੇ ਭਰੇ ਪਏ ਹੋਏ। ਕਈ ਵਾਰ ਕੋਈ ਸਾਨੂੰ ਥੋੜ੍ਹੀ ਜਿਹੀ ਕਿਸੇ ਤੋਂ ਸਿੱਖਿਆ ਮਿਲਦੀ ਹੈ, ਔਰ ਉਹ ਸਿੱਖਿਆ ਇਸ ਤਰ੍ਹਾਂ ਦੇ ਨਾਲ ਅੰਦਰ ਉਤਰ ਜਾਂਦੀ ਹੈ, ਇਸ ਤਰ੍ਹਾਂ ਦੇ ਨਾਲ ਉਤਰ ਜਾਂਦੀ ਹੈ ਕਿ ਉਹ ਸਾਡੇ ਜੀਵਨ ਨੂੰ ਬਦਲ ਦਿੰਦੀ ਹੈ। ਕਥਾ ਦੇ ਵਿੱਚ ਆਉਣ ਦਾ ਮਕਸਦ ਪਤਾ ਨਹੀਂ ਕਿਹੜੀ ਕੋਈ ਇਸ ਤਰ੍ਹਾਂ ਦੀ ਇੱਕ ਗੱਲ ਸਾਡੇ ਜੀਵਨ ਦੇ ਵਿੱਚ ਉਤਰ ਜਾਵੇ ਤਾਂ ਸਾਡਾ ਜਿਹੜਾ ਜੀਵਨ ਹੈ ਉਹ ਬਦਲ ਜਾਂਦਾ ਹੈ। ਅੱਛੀ ਬੁਰੀ, ਕਈ ਵਾਰ ਕੋਈ ਆਦਮੀ ਬੁਰੀ ਚੀਜ਼ ਲੈ ਕੇ ਕਿਸ ਜਗ੍ਹਾ ਤੋਂ ਚਲੇ ਜਾਂਦੇ ਆ, ਉਹਨਾਂ ਦਾ ਵੀ ਜੀਵਨ ਬਦਲ ਜਾਂਦਾ ਹੈ, ਉਹ ਵੀ ਬੁਰੇ ਪਾਸੇ ਚੱਲ ਪੈਂਦੇ, ਸਾਰੀ ਅੱਛਾਈ ਛੱਡ ਦਿੰਦੇ। ਕੋਈ ਇਸ ਤਰ੍ਹਾਂ ਦੀ ਮਨ ਦੇ ਉੱਤੇ ਠੇਸ ਲੱਗਦੀ ਹੈ, ਕੋਈ ਇਸ ਤਰ੍ਹਾਂ ਦਾ ਮਨ ਦੇ ਵਿੱਚ ਉਹਨਾਂ ਦੇ ਪ੍ਰਭਾਵ ਪੈਂਦਾ, ਕੋਈ ਇਸ ਤਰ੍ਹਾਂ ਦੀ ਚੁਭਨ ਹੁੰਦੀ ਹੈ, ਉਹ ਕਹਿੰਦੇ ਪ੍ਰਮਾਤਮਾ ਹੈ ਹੀ ਨਹੀਂ, ਪ੍ਰਮਾਤਮਾ ਦੇ ਉੱਤੋਂ ਵਿਸ਼ਵਾਸ ਚੁੱਕਿਆ ਜਾਂਦਾ, ਉਹਨਾਂ ਦਾ ਵੀ ਜੀਵਨ ਬਦਲ ਗਿਆ ਮਾੜੀ ਜੀ ਘਟਨਾ ਦੇ ਨਾਲ। ਔਰ ਕਈ ਵਾਰ ਕੋਈ ਚੰਗੀ ਘਟਨਾ ਸਾਡੇ ਜੀਵਨ ਦੇ ਵਿੱਚ ਘਟਦੀ ਹੈ, ਬੁਰੇ ਤੋਂ ਬੁਰੇ ਆਦਮੀ ਵੀ ਉਹ ਸਤਸੰਗ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਹੈ। ਤੋ ਸਠ ਸੁਧਰੈ ਹੀ ਸਤ ਸੰਗਤੀ ਪਾਈ। ਬੁਰਾ ਆਦਮੀ ਵੀ ਅਗਰ ਸੱਜਣ ਜੀਵਾਂ ਦਾ ਸੰਗ ਕਰਦਾ ਹੈ ਤਾਂ ਉਹ ਸੁਧਰ ਜਾਂਦਾ ਹੈ। ਸੁਧਰਦਾ ਕੀ ਹੈ? ਸਰੀਰ ਨਹੀਂ ਸੁਧਰਦਾ, ਸਰੀਰ ਤਾਂ ਜਿਉਂ ਕਾ ਤਿਉਂ ਰਹਿੰਦਾ। ਜੇ ਕਿਸੇ ਦਾ ਸਰੀਰ ਦਾ ਰੰਗ ਸਾਂਵਲਾ ਹੈ, ਕਿਸੇ ਦਾ ਗੋਰਾ ਹੈ, ਕਿਸੇ ਦਾ ਕਾਲਾ ਹੈ, ਕਿਸੇ ਦਾ ਛੋਟਾ ਕੱਦ ਹੈ, ਕਿਸੇ ਦਾ ਬੜਾ ਹੈ, ਤਾਂ ਉਹ ਚਿੱਤਰ ਸਾਡਾ ਜਿਉਂ ਕਾ ਤਿਉਂ ਰਹਿੰਦਾ ਹੈ, ਲੇਕਿਨ ਚਰਿੱਤਰ ਹੈ ਜਿਹੜਾ ਆਦਮੀ ਦਾ, ਉਹ ਕਥਾ ਦੇ ਵਿੱਚ ਆ ਕੇ ਬਦਲਦਾ ਹੈ। ਤਾਂ ਆਪਾਂ ਸਭ ਬੜੇ ਭਾਗਸ਼ਾਲੀ, ਬਹੁਤ ਹੀ ਕਿਸਮਤ ਵਾਲੇ ਹਾਂ ਕਿ ਇਹ ਕਥਾ ਦਾ ਪ੍ਰਸੰਗ ਪਿਛਲੇ 9 ਦਿਨਾਂ ਤੋਂ ਲਗਾਤਾਰ ਚੱਲਿਆ ਆ ਰਿਹਾ ਹੈ। ਔਰ ਆਪਾਂ ਸਭਨਾਵਾਂ ਨੇ ਬੈਠ ਕੇ ਭਗਵਾਨ ਵਿਘਨਹਰਤਾ ਵਿਘਨੇਸ਼ ਜੀ ਦੀ ਕਥਾਵਾਂ ਇਹਨਾਂ ਨੂੰ ਸੁਣਿਆ, ਕਿਉਂਕਿ ਬਹੁਤ ਸਾਰੀ ਜਗ੍ਹਾ 'ਤੇ ਗਣਪਤੀ ਸਮਾਗਮ ਤਾਂ ਮਨਾਏ ਜਾ ਰਹੇ ਹੈ, ਪਰ ਗਣਪਤੀ ਜੀ ਦੀ ਕਥਾ ਬਹੁਤ ਘੱਟ ਜਗ੍ਹਾ 'ਤੇ ਹੁੰਦੀ ਮੇਰਾ ਖਿਆਲ ਹੈ। ਗਣਪਤੀ ਜੀ ਦੇ ਪ੍ਰਸੰਗ, ਗਣਪਤੀ ਜੀ ਦੀ ਲੀਲਾਵਾਂ, ਅਸੀਂ ਜਿਸ ਵੀ ਦੇਵਤਾ ਦਾ ਕੋਈ ਉਤਸਵ ਮਨਾਉਂਦੇ ਹਾਂ, ਜਿਸ ਦੇਵਤਾ ਦਾ ਅਸੀਂ ਕੋਈ ਪਰਵ ਮਨਾਉਂਦੇ ਹਾਂ, ਉਸ ਦੇਵਤਾ ਦੀ ਸਾਨੂੰ ਕਥਾਵਾਂ ਦੇ ਬਾਰੇ ਕੁਛ ਨਾ ਕੁਛ ਪਤਾ ਹੋਣਾ ਚਾਹੀਦਾ ਹੈ। ਉਹਦੇ ਚਰਿੱਤਰ ਦੇ ਬਾਰੇ, ਉਸ ਦੇ ਚਿੰਤਨ ਦੇ ਬਾਰੇ, ਉਸ ਦੀ ਪੂਜਾ ਦੇ ਬਾਰੇ, ਉਸ ਦੀ ਉਤਪੱਤੀ ਦੇ ਬਾਰੇ ਸਾਨੂੰ ਜਿੰਨਾ ਚਿਰ ਪਤਾ ਨਹੀਂ ਚੱਲੇਗਾ ਤਾਂ ਉਹਨਾਂ ਚਿਰ ਸਾਨੂੰ ਪੂਰਨ ਆਨੰਦ ਨਹੀਂ ਆਏਗਾ। ਰਾਧਾ ਅਸ਼ਟਮੀ ਆਪਾਂ ਬਹੁਤ ਦੇਰ ਤੋਂ ਮਨਾਉਂਦੇ ਆ ਰਹੇ ਸੀ, ਪਰ ਐਤਕੀ ਦੇ ਵਾਰ ਰਾਧਾ ਜੀ ਦਾ ਜਨਮ ਉਤਸਵ ਦਾ ਆਪਾਂ ਇਸ ਜਗ੍ਹਾ 'ਤੇ ਸਤਸੰਗ ਕੀਤਾ। ਰਾਧਾ ਰਾਣੀ ਕਿਵੇਂ ਭਗਵਾਨ ਦੇ ਅੰਦਰੋਂ ਪ੍ਰਗਟ ਹੁੰਦੀ ਹੈ, ਉਸ ਦਾ ਸਾਰਾ ਵਿਆਖਿਆਨ ਸੁਣਿਆ। ਅੱਜ ਤੋਂ ਬਾਅਦ ਜਿਨ੍ਹਾਂ ਨੂੰ ਉਸ ਕਥਾ ਦਾ ਪ੍ਰਸੰਗ ਯਾਦ ਹੋਏਗਾ, ਉਹ ਜਿਸ ਵੇਲੇ ਵੀ ਰਾਧਾ ਰਾਣੀ ਜੀ ਦੇ ਅੱਗੇ ਨਮਨ ਕਰਨਗੇ, ਪਹਿਲਾਂ ਵਾਲੇ ਦੇ ਨਾਲੋਂ ਹੁਣ ਜ਼ਿਆਦਾ ਉਹਨਾਂ ਦੀ ਭਾਵਨਾ ਵੱਧ ਜਾਏਗੀ। ਜਿਸ ਵੀ ਦੇਵਤਾ ਦੀ ਆਪਾਂ ਆਰਾਧਨਾ, ਪੂਜਾ, ਵੰਦਨਾ ਕਰਦੇ ਹਾਂ, ਉਸ ਦੀ ਲੀਲਾਵਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਦੇਵਤਾ ਨੇ ਕਿਵੇਂ ਕਿਵੇਂ ਲੀਲਾਵਾਂ ਕੀਤੀਆਂ। ਤਾਂ ਗਣਪਤੀ ਜੀ ਦੀ ਕਥਾ ਦੇ ਅੰਦਰ ਆਪਾਂ 9 ਦਿਨ ਤੋਂ ਲਗਾਤਾਰ ਭਗਵਾਨ ਦੀਆਂ ਲੀਲਾਵਾਂ ਅੱਜ 9ਵੇਂ ਦਿਨ ਦੇ ਅੰਦਰ ਪ੍ਰਵੇਸ਼ ਕਰ ਰਹੇ ਹਾਂ। ਤਾਂ ਇਸ ਕਥਾ ਦੇ ਨਿਯਮ ਦੇ ਅਨੁਸਾਰ ਮੰਦਰ ਕਮੇਟੀ ਦਾ ਜੋ ਇੱਕ ਨਿਯਮ ਹੈ ਕਿ ਪਹਿਲੇ ਜੋਤੀ ਪ੍ਰਚੰਡ, ਇਸ ਤੋਂ ਪਹਿਲੇ ਦੇਵਤਾਵਾਂ ਦਾ ਪੂਜਨ, ਗਣਪਤੀ ਪੂਜਨ, ਔਰ ਗਣਪਤੀ ਪੂਜਾ ਤੋਂ ਬਾਅਦ ਜੋਤੀ ਪ੍ਰਚੰਡ ਆਪਾਂ ਸਭ ਕਰਦੇ ਹਾਂ। ਔਰ ਅੱਜ ਜਿਨ੍ਹਾਂ ਜਿਨ੍ਹਾਂ ਸ਼ਰਧਾਲੂਆਂ ਨੂੰ ਭਗਵਾਨ ਗਣਪਤੀ ਜੀ ਦਾ ਇਹ ਦਿਵਯ ਜੋਤੀ ਪ੍ਰਜਵਲਿਤ ਕਰਨ ਦਾ ਮੌਕਾ ਮਿਲਿਆ ਹੈ, ਕਿਉਂਕਿ ਅੱਜ ਤੋਂ ਬਾਅਦ 1 ਸਾਲ ਬਾਅਦ ਇਹ ਮੌਕਾ ਮਿਲੇਗਾ। ਸਾਲ ਬਾਅਦ ਗਣਪਤੀ ਉਤਸਵ ਹੋਣਗੇ। ਉਸ ਵਕਤ ਗਣਪਤੀ ਜੀ ਦਾ ਇਸ ਸਥਾਨ ਦੇ ਉੱਤੇ, ਇਸ ਆਪਾਂ ਕਥਾ ਮੰਡਪ ਦੇ ਅੰਦਰ ਜੋਤੀ ਪ੍ਰਜਵਲਿਤ ਕਰਨ ਦਾ 1 ਸਾਲ ਬਾਅਦ ਸਮਾਂ ਮੌਕਾ ਆਏਗਾ। ਤਾਂ ਅੱਜ ਦੀ ਜਿਹੜੀ ਜੋਤੀ ਪ੍ਰਜਵਲਿਤ ਕੀਤੀ ਹੈ, ਸ਼੍ਰੀ ਮਨੀਸ਼ ਬਾਂਸਲ ਜੀ ਟਿੱਲੂ ਜੀ, ਅਵਤਾਰ ਗੋਇਲ ਜੀ, ਹਰੀ ਸਿੰਗਲਾ ਜੀ, ਡਾਕਟਰ ਵਿਨੋਦ ਗੋਇਲ ਜੀ, ਡਾਕਟਰ ਰਾਜਿੰਦਰ ਸਿੰਗਲਾ ਜੀ, ਰਵਿੰਦਰ ਮਿੱਤਲ ਜੀ, ਕ੍ਰਿਸ਼ਨ ਕੁਮਾਰ ਜੀ ਕੌੜਾ, ਜੀ.ਡੀ. ਬਾਂਸਲ ਜੀ, श्रीमती रमा गुप्ता, विशाल गुप्ता जी, गौरव गुप्ता जी,
डॉक्टर राजीव गुप्ता, डॉक्टर विनेश गुप्ता जी, रजनीश गोयल जी गुल्लू जी, वनीत गुप्ता जी, दीपक गोयल जी, इन्हां सबनावां ने अज की ज्योति प्रचंड करके भगवान गणपति जी का आशीर्वाद लिया। मंदिर कमेटी ने इन्हों माला सिरोपा और भगवान गणपति जी का प्रसाद ये दे के सन्मानित किया है। जिन्हों ने भी ज्योति प्रचंड किया है, भगवान गणपति के चरणों के विच हाज़री लगवाई है, उन्होंने सबनावां का बहुत बहुत धन्यवाद है। भगवान गणपति उन्होंने ते अपनी कृपा दृष्टि बनाए रखन और उन्होंने दियां जो भी कामनावां है, जो इच्छा लैके भगवान जी दे इस जगह पर आए है, भगवान विघ्न विनाशक उन्होंने दी सब कामनावां नूं पूरा करन। श्री सूत जी महाराज ऋषियां नूं और राजा सोमकांत नूं भृगु ऋषि गणेश जी की कथा सुना रहे हैं, क्योंकि प्रसंग शुरू होया सी कि गणेश जी की कथा का की महत्व है और कदों तो प्रारंभ हुई। तो अपने कथा के महत्व दे विच आया कि राजा सोमकांत जिन्होंने कोढ़ का रोग हो गया, कोढ़ का रोग होने के बाद उन्होंने अपना घर बार परिवार सारा कुछ छड्ड दिता और छड्ड के जंगल के अंदर चले गए। अपनी राणी नूं और अपने नाल एक दो मंत्रियों नूं लेके, सेवादारां नूं लेके चले गए। भृगु ऋषि दे नाल उन्हां दा संपर्क होया तलाब के किनारे ते। भृगु ऋषि उन्होंने रात रुकण वास्ते किया और अगले दिन राजा अपना संध्या वंदन करके स्नान करके भृगु ऋषि दे जदों सामने बैठे सी, भृगु ऋषि जी ने देख के सारा कुछ दस दिता कि राजन ये जड़ा थोनू कोढ़ का रोग होया है, जिहदा अज तक कोई इलाज नहीं हो सकिया, उसका कारण की है। वो कारण भी दसिया कि थोड़े किस तरह के पिछले जन्म के कर्म है। उन्होंने पूछा कि महाराज ये साडा पिछले जन्म का कर्म नाश किवें होवेगा और मेरा यह रोग दूर किवें होएगा। राजा सोमकांत नूं भृगु ऋषि जी ने दसिया कि तुसी गणेश जी महाराज की उपासना करो और गणेश जी महाराज की कथा उसनूं सुनो, गणेश जी की लीलावां सुनो। जिस वेले तुसी गणेश पुराण की कथा सुनने का संकल्प करोगे तो भगवान गणपति जी थोड़े ते कृपा करनगे। राजा ने अपने हाथ दे विच जल लिया और क्या कि महाराज मैं तन मन दे नाल भगवान गणेश जी की कथा सुनने वास्ते तैयार हाँ, कृपा करके तुसी मैनू कथा सुनाओ। जदों कथा सुनन का संकल्प कर लिया राजा ने, उन्होंने शरीर का रोग दूर हो गया। सारी कथा सुनने तो बाद उन्होंने शरीर का रोग दूर होया। रानी सुनीता जिसनों पति और दूसरी उन्होंने सौतन ने बड़ा अपमानित किया, गणपति जी की कृपा दे नाल उस राणी के घर के अंदर बेटे का जन्म होया। किस तरह के नाल एक राजकुमार जो अन्ना भी है, गूंगा भी है, बोला भी है, मांस का एक लोथड़ा है, एक गणपति जी की पूजा करने वाले ब्राह्मण की छां उस दे उत्ते पै गई। उस दे शरीर के नाल स्पर्श करके आई हुई हवा उस बच्चे नूं स्पर्श कर गई और वह बालक नूं गणपति जी की कृपा के नाल अखां भी मिल गईयां, नेत्र भी मिल गए और कन्ना की आवाज़, मुख की आवाज़, सारा शरीर हरिष्ट पुष्ट तंदुरुस्त हो गया और अगे चल के उसनों राजगद्दी की प्राप्ति हुई गणपति जी की कृपा के नाल। गणपति जी ने किस तरह के नाल दुष्ट जीवां का संहार किया। परशुराम जी महाराज के नाल युद्ध करते हुए भगवान गणपति जी का किस तरह के नाल एक दंद ये चलिया गया, गणपति जी का नाम एक दंत होया। ये सारे प्रसंग आपां अज तक सुने है। इस तो बिना होर भी बहुत सारिया कथावां गणपति जी दियां आपां सुनिया और अपना प्रसंग चल रहा सी कि देवांतक और नरांतक। रुद्रदेव ब्राह्मण के घर दे विच दो बेटे पैदा हो गए। दोनों ने भगवान शंकर जी का तप किया, आराधना की और आराधना करते हुए तप करते हुए उन्होंने बहुत सारे जीवां नूं तपस्या का प्रभाव दिखा के तपस्या तो वरदान लेके दुखी करना शुरू किया।
क्योंकि कुछ किस्मत वाले जीव ही इस तरह के होंगे है, जिहड़ी अपनी दिती हुई ताकत, अपनी मिली हुई धन दौलत, अपनी मिली हुई शक्ति का सदउपयोग करते हैं, नहीं तो दुरुपयोग करने वाले ज़्यादा होंगे। नरांतक देवांतक दोनों ने ही बहुत तरह के नाल तपस्या करके शंकर जी को प्रसन्न कर लिया, वरदान ले लिया, लोगों को फिर दुखी करना शुरू कर दिता। दुखी हो गए सारे लोग। अदिति माता के कोल गए। अदिति माता ने भगवान विनायक जी की पूजा की। विनायक महाराज ने आशीर्वाद दिता कि देव माता मैं तेरी कामना पूरी करांगा। तो भगवान विनायक जी मोहोतकट नाम तो अवतार लेके इस जगह पर आए। मोहोतकट का अवतार लेके भगवान जी ने अपनिया लीलावां कीतियां। लीला करते हुए काशी के जिहड़े राजा सी उन्हां दे उत्ते दुश्मनों ने बहुत पासियों हमला कर दिता। विचार आया कि हुण इस तो किवें बचिया जाए। तो विघ्नहर्ता गणेश जी महाराज उस जगह पर पहुंचे। सारे विघ्नां नूं उन्होंने दूर किया। उन्होंने दूर करन तो बाद उन्हां दे राज दे अंदर सारी सुख संपत्ति शांति ये आ गई। और कुछ लोग उन्होंने देख के ईर्षा करन लग पे। मोहोतकट जी महाराज ने ईर्षा करन वाले लोगों का भी आपने विनाश किया और राजा नूं सब दुखों तो छुटकारा दिवाया। इस तरह की लीला भगवान कर रहे सी। सूत जी दस रहे कि ऋषियों मोहोतकट जी महाराज ने देवतावां की स्तुति सुन के इंद्र का हंकार दूर किया और विद्या प्राप्त की। और विद्या प्राप्त करन तो बाद उन्होंने बहुत सारे कूपकंदर दैत्य उसनों अपने शक्ति दे नाल हराया मारिया। अचंभादी दैत्य उन्हों का भगवान जी ने विनाश किया। और अंधकासुर दैत्य उसनों भगवान विनायक जी ने मोक्ष दिता, उसनों मुक्ति दी। भ्रामरी राक्षस उसनों खत्म किया। और अंत दे विच नरांतक और देवांतक इन्हां दोनों का ही भगवान विनायक जी ने विनाश करके और दुनिया के अंदर शांति दी, धर्म की मर्यादा की स्थापना की। ये भगवान जी की लीलावां गणपति जी महाराज दियां है। तो सूत जी महाराज जी ने ऋषियां नूं जदों कथा सुनाई और ऋषियां ने सूत जी महाराज नूं पुछया कि प्रभु देवतावां ने भगवान गणपति जी नूं खुश करने वास्ते होर किहड़ा उपाय किया। तो उन्होंने दस्या कि भगवान गणेश जी का सब तो उत्तम, सब तो श्रेष्ठ और सब तो ज़्यादा फायदेमंद, सब तो ज़्यादा कल्याणकारी व्रत है संकट चौथ का व्रत। चौथ वाले दिन जो प्राणी गणेश जी का पूजन करते हैं, व्रत रखते हैं, उन्होंने उत्ते गणेश जी महाराज की विशेष कृपा रहिंदी है। भगवान गणेश जी ने धेनुकासुर और कुशलासुर, क्रूर, ये सारे दैत्यां नूं अलग अलग रूप धारण करके व्योमासुर और वात महिषा इन्हां सब नावां नूं भगवान ने खत्म किया। ऋषियां ने प्रश्न किया महाराज कृपा करके ये दसो कि भगवान गणपति जी महाराज उन्होंने होर किहड़ियां किहड़ियां लीलावां कीतियां। ये तां तुसीं संक्षेप दे विच दस दिता। कहन लगे सुनो भगवान विनायक जी की होर जो लीलावां है ना, भगवान गणपति जी का कथावां का प्रसंग इन्ना ज़्यादा लंबा है कि आपां उसका पार किसी तरह के नाल भी नहीं पा सकते। पर फिर भी मैं तुहानूं कुछ ना कुछ जिहड़िया उन्हां दे प्रसंग है सुना रहा। जिस वेले उग्रेक्षण नाम के दैत्य पैदा हुए, उग्रेक्षण दैत्य सारे देवतावां नूं बड़ा त्रसित करन लगे। सारे देवता त्राही त्राही करते हुए पहाड़ों की गुफावां दे विच जाके चले गए। और उस वेले देवतावां ने फिर आराधना की ब्रह्मा विष्णु महादेव जी की कि प्रभु सानू इस कष्ट तो बचण का उपाय दसो। तो उन्होंने कहा कि तुसी भगवान गणेश जी महाराज का पूजन करो। सब देवतावां ने मिलके भगवान गणेश जी का पूजन किया।
उस वेले भगवान गणेश जी माँ पार्वती के घर दे विच म्यूरेश अवतार लेके आए। म्यूरेश भगवान की सवारी मोर के उपर है गणेश जी की। म्यूरेश अवतार लेके आए। अवतार लैंदियां सार ही उन्होंने बड़ियां लीलावां करनियां शुरू कीतियां और उन्होंने लीलावां तो प्रभावित होकर सब देवतावां ने आके उन्होंने स्तुति और उन्होंने वंदना शुरू की। और इंद्र उस दे मन दे विच मान अभिमान पैदा हो गया। तो भगवान जी ने उस अवतार दे अंदर म्यूरेश अवतार दे अंदर उन्होंने मान नू अभिमान नू दूर किया। गणेश जी महाराज ने अपना वाहन मूषक इस नू चुनिया। तो बड़ी विचित्र कथा दस रहे है कि भगवान गणेश जी का शरीर तो बहुत बड़ा है, पर उन्होंने वाहन मूषक नू यानी कि चूहे नू अपना वाहन बनाया। इसका कारण की है? ऋषियों नू कथा दस रहे हैं सूत जी कि हे ऋषियों, पहले समय का एक प्रसंग है कि इंद्र की सभा के अंदर बहुत सारे यक्ष किन्नर गंधर्व देवता ये सब लोग उस जगह पर बैठे सी। उस जगह पर बैठ के सारे भगवान का चिंतन कर रहे सी। और इंद्रदेव उन्होंने भी वृत्ति उस वेले अपनी सभा नू देखण दे विच लगी हुई सी। तो उन्होंने सभा के अंदर एक गंधर्व आए और जिहड़े गंधर्व सी उन्होंने किसी जगह पर जाना सी। जाण तो पहला गंधर्व ने देवतावां दे राजा इंद्र उन्होंने प्रणाम किया और आग्ञा मंगी कि हे देवराज इंद्र, जे तुसी मैनू इजाजत दिओ अज मैं जल्दी जाना चाहना। तो इंद्र कहन लगे भी ठीक है, अगर तुसी जल्दी जाना चाहते हो, कोई घर का काम है तो तुसी चले जाओ। इंद्र तो आग्ञा लैके जल्दी 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 दे विच जिस वेले गंधर्व जा रहे सी ना, तो उन्हां दा जिहड़ा पैर सी वामदेव ऋषि नू स्पर्श कर गया। ठोकर वज गई अपने वामदेव ऋषि दे, जिहड़े ब्रह्म दे चिंतन दे विच यानी परमात्मा की भगती दे विच लीन सी। जिस वेले वामदेव ऋषि की समाधि खुली ठोकर वजन दे नाल, तां वामदेव जी नू क्रोध आ गया। क्रोध आया होया देख के गंधर्वता कंबन लग पिया और वामदेव ऋषि कहन लगे, ओ मूर्ख, तेनू पता नहीं कोई इस जगह पर बैठा है? तो इन्नी तेजी दे नाल इन्नी जल्दी दे नाल इस जगह तो चलिया जा रहे हैं और तेनू अगे कुछ दिखाई भी नहीं दिंदा गा। चलन लगे सोच समझ के चलना चाहिए जीव नू कि जिसदा साढ़े सामने सामने जो भी आ गया वो तपस्या कर रहा है, सिमरन कर रहा है, कोई जप कर रहा है, तप कर रहा है, की कर रहा है, ये जरूर विचार कर लेना चाहिए। और क्रोध दे विच आके वामदेव ऋषि कहन लगे कि ए मूर्ख, तैनू ये नहीं पता लग्या कि मैं भगवान का चिंतन कर रहा, मैं प्रभु की भगती दे विच प्रभु की सेवा दे विच इस जगह ते बैठा होया और तू आके मैनू पैर दे नाल ठोकर मार दी। जा, तू किस तरह दे नाल उछलदा होया कुददा होया चूहे की तरह वुड़कदा होया इस जगह तो गया, अगले जन्म के अंदर तू चूहे की योन के अंदर चला जाएगा। वामदेव ऋषि का श्राप मिल गया। जिस वेले वामदेव ऋषि ने श्रापता दे दिता, गंधर्व बड़ा व्याकुल हो गया। व्याकुल होके भगवान की उपासना भगवान का नाम लैके ऋषि के चरणों के विच गिरिया, महाराज मेरे तो बहुत बड़ा अपराध हो गया, मेरे तो बहुत बड़ी गलती हो गई और हुण मेरा ये अपराध जिहड़ा क्षमा करो, क्योंकि तुसी महात्मा हो, महापुरुष हो। महापुरुष किसी भी तरह के नाल किसी नू दंडित नहीं कर देगे। जे वो किसी नू दंड दिंदे भी है तो उन्हां दे दंड देण दे विच भी कोई ना कोई भलाई छुपी हुंदी है। महाराज मेरे उत्ते रहम करो, मेरे ते कृपा करो, मेरे उत्ते दया करो, मैनू इस तो मुक्ति किवें मिलेगी, मेरा इस तो कल्याण किवें होएगा। जदों वामदेव ऋषि नू बार बार उन्होंने प्रणाम किया तो वामदेव ऋषि प्रसन्न हो गए।
और प्रसन्न होकर कहन लगे, ठीक, तू अपने कीते हुए कर्म वास्ते क्षमा याचना कर रहे हैं और मैं तेनू आशीर्वाद दिना कि भगवान गणपति जी तेरे ते कृपा करनगे, सिद्धि विनायक महाराज दी तेरे उत्ते कृपा जरूर होएगी। उस जगह तो गंधर्व चलिया स्वर्गलोक दे विचों, स्वर्गलोक दे विचों आके महर्षि पराशर जी दे आश्रम दे विच वो डिग पिया। जिस वेले पराशर जी दे आश्रम दे विच आके डिग्या बेहोश होके, थोड़ी देर बाद की होया, उसका जिहड़ा शरीर सी वो बदल गया और देखते देखते बहुत बड़ा उसने एक मूशक का चूहे का शरीर वो धारण कर लिया। चूहे का शरीर उसका बन गया और शरीर भी कितना लंबा तकड़ा कि कोई भी जल्दी किते उसके नज़दीक नहीं जा सकता। जिस तरह के नाल कई हाथी इकट्ठे होके और एक जगह ते बैठ जान, ਜਾਂ एक दूसरे के उपर 2-3 हाथी खड़े कर दिते जान, इस तरह के नाल उहदा चूहे का शरीर लैके किते उधर भजदा है, किते उधर भजदा है, किते उधर दौड़दा है, किते उस जगह ते किसी चीज़ नूं नष्ट करता है, किते टहनियां नूं तोड़ दिंदा है, किते पत्तियां नूं तोड़ दिंदा है, किते फलां नूं कुतर दिंदा है। और महाराज पराशर ऋषि दे आश्रम दे विच उसने रहिंदे होए थोड़े जिहे दिनां दे विच ही इन्ना ज़्यादा उत्पात मचाया, इन्ना ज़्यादा उस जगह ते हो हल्ला किया कि पराशर ऋषि मन दे विच विचार करन लगे कि परमात्मा इस दैत नूं तुसीं किस जगह ते भेज दिता, ये तो राक्षसा तो भी वध के सानू परेशान कर रहा है। इस तो डरदा मारा कोई इस जंगल दे विच दी नहीं जा सकता, इस तो डरदा मारा कोई साडे आश्रम दे विच नहीं आ सकता, इस तो डरदा मारा कोई पशु पंछी वो नज़दीक नहीं आउंदा गा इस आश्रम दे। महाराज जे मैं इस नूं मारदा हाँ तां उहदे नाल की होएगा, मैनू जीव हत्या का पाप लगेगा, मैं जीव हत्या भी नहीं करना चाहता। महाराज इसका उद्धार किवें होए प्रभु तुसी विचार करो, क्योंकि पहले दे समय दे विच जिन्ना भी ऋषि महर्षियां दे कोल कोई तपस्या का धन सी ना, तो अपनी तपस्या का धन जाया नहीं सी करते, बेकार नहीं सी करते। किसी नूं शराप दिंदे है, किसी नूं वरदान दिंदे है, तो वह शराप या वरदान किस चीज़ के नाल फलीभूत हुंदा है, उन्हां दी तपस्या दे नाल, उन्हां दी जो तपस्या की कमाई है, तो भाई उस दे नाल उन्हां दा दिता होया वरदान ते उन्हां दा दिता होया शराप ये सानू मिलता है, लगता है। जिन्नी क ज़्यादा तपस्या होएगी, जिन्ना क ज़्यादा उन्हां दा जप तप होएगा, उन्ना को उन्हां दा शराप वो ज़्यादा ताकतवर होएगा। उन्हां दे कोले धन है, जिवें साडे कोले कोई संपत्ति हुंदी है, रुपये हुंदे है, असी अपनी मर्जी दे नाल किसी उत्ते खुश होके उसनूं पैसे दे दिन्ने आ, दूसरे आदमी नूं तीसरे आदमी नूं पैसे दे दिन्ने आ, और भाई उस तो बाद वो आदमी जे उस पैसे दे नाल बुरा कर्म करता है तां भी साडा दिता होया है, जे उस दे नाल वो चंगा कर्म करता है तां भी साडा दिता होया है। असी अपनी ताकत दे नाल किसी नूं दंड दिन्ने हाँ तां भी वो साडी ताकत है, जे असी अपनी ताकत दे नाल किसी नूं उच्चा चुक लैने हाँ तां भी वो साडी ताकत है। इस तरह के नाल तपस्या का धन है। ऋषि मुनि महात्मा वो अपने तपस्या दे धन नूं, तपस्या दे दौलत नूं इकट्ठा करते हैं, उसनूं जाया नहीं करते, उसनूं बेकार नहीं गवाउंदे, और वो विचार करके बड़ा सोच समझ के किसी नूं वरदान या शराप दिंदे सी। जे वो किसी नूं शराप दिंदे है तां भी उन्हां दी तपस्या दे विचों धन चला जाता है, उन्हां दी तपस्या का प्रभाव घट जाता है। जे भाई वो किसी नूं वरदान दिंदे है तां भी उन्हां दी तपस्या की वजह के नाल ही वो सारा उसनूं फलीभूत हुंदा है। साडी किस्मत के अंदर तो कुछ है नहीं, पर ऋषि ने वरदान दे दिता कि तेनू धन मिलेगा, दौलत मिलेगी, तेनू संतान सुख मिलेगा, तेनू सारा कुछ मिलेगा। तो वो किस जगह तो मिलेगा, जिहड़ी ऋषि ने तपस्या की है उहदी वजह के नाल सानू वो मिल रहा है। साडे कर्म के अंदर नहीं है, लेकिन ऋषि के तपस्या के कारण मिल रहा है। तो पराशर ऋषि बड़े
परेशान हो गए। पराशर ऋषि बड़े दुखी हो गए। क्यों दुखी हो गए? कि देखो इसने आश्रम के अंदर रहिंदे होए इस मूशक ने, इस चूहे ने, एक तो जो इस जगह ते साडा खान पान का समान है वो सारा इसने नष्ट भ्रष्ट कर दिता। जो असी अन्न इकट्ठा करके संग्रह करके रखा सी इसने वो भी सारा खा के खत्म कर दिता। जे कोई वस्त्र इस जगह ते पहनने वास्ते रखे हुए सी उसनों भी इसने कट के टुकड़े टुकड़े करके बेकार कर दिता। होर जे कोई साडे कोले साधन सी तां उसनों भी इसने नष्ट कर दिता। शराप नहीं दिता फिर भी, इन्ना दुख सहन के बावजूद फिर भी उन्होंने शराप नहीं दिता। परमात्मा दे अगे प्रार्थना की कि है परम पिता परमात्मा, हे भगवान विनायक, तुसी आके मेरी सहायता करो। मैं इसनूं शराप दे के अपना तपोबल खराब नहीं करना चाहता। मैं इसनूं शराप दे के मार सकदा पर मैं अपनी तपस्या खत्म नहीं करना चाहता। मैं जीव हत्या का पाप अपने सिर ते नहीं लेना चाहता। ओम गंग गणपते नमः इस मंत्र का उच्चारण करते कोई समा व्यतीत किया। जिस वेले भगवान विनायक जी ने उन्होंने दर्शन दिते और विनायक महाराज दर्शन दे के कहन लगे, ऋषिवर जो थोनू वरदान चाहिए, जो इच्छा है मेरे तो मंगो प्रभु, मैनू होर कोई इच्छा नहीं, मेरी तो इको ही कामना है, इको ही इच्छा है कि मेरे इस आश्रम के अंदर मैं अपना जप, अपना तप, अपनी पूजा ये बड़े आराम दे नाल, बड़े आनंद दे नाल कर सकां। होर मैनू किसी चीज़ की कोई इच्छा नहीं, होर मैनू किसी चीज़ की कोई जरूरत नहीं। और महाराज इस तरह की कृपा करो कि जिस दे नाल मेरे आश्रम के अंदर शांति आ जाए। वो उपद्रवी जीव जिहड़ा इस जगह पर आया है ना, मूशक, वो बड़ा हंकारी है, बहुत ज़्यादा हंकारी है, पहाड़ वर्गा उसका शरीर है। जदों चाहता है शरीर नूं छोटा, जदों चाहता है शरीर नूं बड़ा कर लैंदा और अपने शरीर के नाल वो सब लोगों नूं बड़ा त्रास दे रहा है, बड़ा दुख दे रहा है। भगवान विनायक कहन लगे, ऋषिवर तुसी हुण किसी तरह के नाल कोई चिंता ना करो और इस नूं हंकारी नूं, क्योंकि हंकारी आदमी का हंकार दूर करना और हंकारी आदमी नूं दंड देना, बुरे आदमी नूं सजा देना, विनायक महाराज कह रहे कि ये मेरा कर्तव्य है, ये मेरा फर्ज है, मेरा धर्म है। किसी भी तरह का जदों कोई बुरा हुंदा है उस वेले मैं उस बुरे नूं रोकण वास्ते आउणा हां। तो भगवान विनायक जी ने वरदान दे दिता कि ऋषिवार तुसी जाके अपना तप करो, अपना जप करो। और वह मूशक हंकार दे विच आके, अभिमान दे विच आके बहुत सारे लोगों को परेशान करते करते जंगल के अंदर निकल गए। एक दिन जिस वेले जंगल के अंदर गए, अगो विनायक जी महाराज म्यूरेश, म्यूरेश यानी कि भगवान गणेश जी उस जगह ते सामने आ गए। गणेश जी महाराज नूं देख के उन्हां दे उपर उसने वार करना शुरू किया, प्रहार करना शुरू किया। गणेश जी दे नाल उसने अपना युद्ध करने की इच्छा प्रगट की। इन्ना ज़्यादा अभिमान आ गया, इन्ना ज़्यादा हंकार आ गया कि गणपति जी के नाल युद्ध करने के लिए तैयार हो गया। विनायक महाराज ने देखा कि मेरे नाल ही युद्ध कर रहे। विनायक जी ने अपना बहुत शक्तिशाली पाश, पाश आखदे रस्सी नूं, इस तरह की रस्सी एक उहदे वल सुट्टी कि उस रस्सी दे, उस पाश दे प्रकाश दे अंदर सारे पासे जिवें बिजली चमकदी है इस तरह के नाल चमक फैल गई, इस तरह के नाल रोशनी फैल गई। तिन्ना लोगों के अंदर लोग विचार कर रहे हैं कि इस तरह की घटना की घटी है, इस तरह का प्रकाश किस जगह तो आया। इस तरह के उस प्रकाश नूं, उस पाश नूं, उस ज्योति नूं, उस लाइट नूं देख के जिहड़ा मूशक सी वो भी नीचे जमीन नूं पटदा होया जमीन दे अंदर जाण दी कोशिश करन लग्या। जदों जमीन दे अंदर जाण दी कोशिश करन लग्या तो भगवान विनायक जी ने उस नूं अपने पाश दे नाल, अपनी रस्सी दे नाल उहदे गले दे अंदर पाश पा के बाहर नूं खिंचना शुरू कर दिता। बाहर नूं खिंचदे 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 खिंचदे
और जिस वेले भगवान गणेश जी के नज़दीक आया तो गणेश जी ने उसनू 2-3 वार पटकिया। गणेश जी ने जिस वेले उसनू पटकिया नीचे बेहोश होकर डिग पिया। थोड़ी देर बाद जदों उठिया, मन का हंकार है ना जिहड़ा कई बार वो आदमी के अंदरों नहीं जाता गा। अपने आम एक कहावत है ना कि रस्सी जल जाती है पर उसके वट वो नहीं जाएगी। इस तरह के नाले हंकारी मूशक गणेश जी के सामने फिर खड़ा हो गया और गणेश जी महाराज उस दे उत्ते कृपा करन लगे, कहन लगे बोल तेनू की चाहिदा है, मैं तेनू वरदान दिना, मैं तेनू मुक्त करदा। उसके मन के अंदर अभिमान पैदा होगा कि मेरे वर्गा का कोई ताकत वाला, मेरे वर्गा कोई शक्तिशाली ये दुनिया के अंदर नहीं है। ये विनायक गणेश मैनू की वरदान देंगे। कहने लगा गणेश जी मैनू थोड़े तो वरदान की जरूरत नहीं है, तुसी मेरे तो वरदान मंगो, तुहानू की चाहिए। तो गणेश जी कहने लगे भाई ठीक है, क्योंकि उसनू दिता होया वामदेव ऋषि का वरदान है नाल। अज वो ऋषि की कृपा, वामदेव ऋषि की जिहड़ी कृपा है उसका प्रभाव भी उपर पिया। और गणेश जी नू उस मूशक ने पूछा कि बोलो थोनू की चाहिए, मैं वरदान देने वास्ते तैयार हाँ। विनायक महाराज कहने लगे कि जे मैनू वरदान देना है ना तो मेरा वाहन बन जाओ, मेरे वाहन बन जाओ। कहने लगा महाराज ठीक है। तो उस वेले भगवान गणेश जी ने उस गंधर्व नू जिहड़ा चूहे के रूप दे विच आया सी, ऋषि के श्राप के कारण अपना वाहन बनाया। मूशक भगवान जी का वाहन होया। वो मूशक फिर भी अभिमान दे विच आके गणपति जी नू लैके जदों चलन लग्या कि मैं तो गणपति जी नू लैके थोड़े जे समय दे विच पता नहीं कितनी दूर निकल जावांगा, तो गणपति जी ने अपना बोझ, अपना भार इन्ना ज़्यादा वधाउणा शुरू किया और इन्ना भार गणेश जी महाराज ने अपना वधा दिता कि उन्हां दे वजन दे नाल वो जिहड़ा मूशक सी बिल्कुल छोटा हो गया। और हथ जोड़ के विनायक जी नू कहन लग्या प्रभु मैनू मेरा पूर्व वृतांत, मेरी पूरी सारी जिन्नी जीवनी सी वो याद आ गई कि मैं वामदेव ऋषि का अपराध किया सी। मैं वैसे गंधर्व हाँ, देवलोक का रहन वाला, और मैनू अज मूशक बनना पिया। प्रभु थोड़ी कृपा दे नाल हुण मेरा कल्याण हो जाएगा। तो भगवान गणेश जी ने उसनू आशीर्वाद दिता और उसनू अपना वाहन बना के तो भगवान गणेश जी महाराज हुण दुनिया के अंदर ये दिखाते हैं कि जे साडे अंदर ज़्यादा हंकार आवे, जे साडे अंदर ज़्यादा अभिमान आ जाए, किते हंकार आ जाए ना, तो इस मूशक की कहानी नू याद कर लेना चाहिए है कि भगवान विनायक जी, सिद्धि विनायक महाराज गणपति जी बड़े बड़ियां दा हंकार तोड़ देंदे है। आम भी अपने कहावत है ना, जदों कोई आदमी बहुत उच्ची उच्ची बोलता होवे, कोई रौला पाउंदा होवे, लोकां नूं तंग करता होवे, अगों कोई शेर नूं सवा शेर मिल जाए, फिर आपां की कहने कि यह चूहे की तरह किवें भज गया। उस दिन तो शुरू होया है कहावत। सूत जी दस रहे कि ऋषियों ये मूशक वाहन भगवान उस दिन तो बने। तो सिद्धि विनायक भगवान विनायक जी दे होर भी जड़े बहुत सारे अवतार दुनिया के अंदर होए और उन्होंने अपनिया अलग अलग लीलावां कीतियां। भगवान गणेश जी दे अवतार है ना जिन्होंने कहा जाता है अष्ट विनायक। विनायक भगवान गणेश जी का नाम है। अष्ट विनायक यानी कि 8 भगवान गणेश जी के वखरे वखरे अवतार। जिवें भगवान नारायण जी के 24 अवतार, भगवान शंकर जी के अनेकां अवतार, उस तरह के नाल जिहड़े सब तो पहले अवतार है वक्रतुंड। वक्रतुंड अवतार का प्रसंग अपने कथा दे विच ग्रंथां दे विच मिलता है कि भगवान जी का वक्रतुंड अवतार है जिहड़ा किस वक्त होया। तो सूत जी ने दस्या कि हे ऋषियो भगवान गणपति जी वक्रतुंडाय, जिन्होंने आप वक्रतुंड कह के पुकारते हाँ, देवतावां दे राजा इंद्र उन्हां दे मन दे विच अभिमान पैदा हो गया किसी भी गल नूं लैके, क्योंकि इंद्र बहुत शक्तिशाली और देवतावां दे राजा है। जिहड़ा आदमी भी गद्दी दे उपर बैठ जाए, गद्दी चाहे वो किसी तरह की होवे, आसन चाहे वो किसी तरह का होवे, कुर्सी चाहे किसी तरह की भी होवे,
ਉਸ ਸਿੰਘਾਸਣ ਦੇ ਉੱਤੇ ਬੈਠ ਕੇ ਆਦਮੀ ਨੂੰ ਅਭਿਮਾਨ ਆ ਜਾਣਾ ਸੁਭਾਵਿਕ ਹੈ। ਤੋ ਦੇਵਤਾਵਾਂ ਨੂੰ ਵੀ ਅਭਿਮਾਨ ਆ ਜਾਂਦਾ ਕਈ ਵਾਰ। ਇੰਦਰ ਦੇ ਮਨ ਦੇ ਵਿੱਚ ਜਦੋਂ ਹੰਕਾਰ ਅਭਿਮਾਨ ਪੈਦਾ ਹੋ ਗਿਆ ਤਾਂ ਉਸ ਪ੍ਰਮਾਦ ਦੇ ਨਾਲ ਇੱਕ ਬਹੁਤ ਬੜੇ ਅਸੁਰ ਦੀ ਉਤਪੱਤੀ ਹੋਈ। ਇੱਕ ਰਾਖਸ਼ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਿਆ। ਜਿਸ ਵੇਲੇ ਰਾਖਸ਼ ਪ੍ਰਗਟ ਹੋਇਆ ਉਸ ਦਾ ਨਾਮ ਹੋਇਆ ਮਤਸਾਸੁਰ। ਮਤਸਾਸੁਰ, ਮਤਸਾਸੁਰ ਨੇ ਪ੍ਰਗਟ ਹੋ ਕੇ ਔਰ ਚਾਰੋਂ ਪਾਸੇ ਦੇਖਿਆ। ਦੇਖਦਿਆਂ ਸਾਰ ਹੀ ਹੌਲੀ ਹੌਲੀ ਵਿਚਾਰ ਕੀਤਾ ਕਿ ਹੁਣ ਮੈਂ ਕਿਸ ਦੇ ਕੋਲ ਜਾਵਾਂ, ਇਹ ਤਾਂ ਸਾਰੇ ਦੇਵਤਾ ਹੈ। ਦੇਵਤਾ ਤਾਂ ਮੈਨੂੰ ਕੋਈ ਚੰਗਾ ਨਹੀਂ ਸਮਝੇਗਾ, ਨਾ ਹੀ ਮੈਨੂੰ ਕੋਈ ਦੇਵਤਾ ਗਿਆਨ ਦੇਵੇਗਾ। ਤਾਂ ਦੈਤਿਆਂ ਦੇ ਗੁਰੂ ਹੈ ਸ਼ੁਕਰਾਚਾਰਿਆ। ਸ਼ੁਕਰਾਚਾਰਿਆ ਜੀ ਦੇ ਕੋਲ ਚਲੇ ਗਏ। ਸ਼ੁਕਰਾਚਾਰਿਆ ਜੀ ਨੂੰ ਜਾ ਕੇ ਨਮਸਕਾਰ ਕੀਤਾ, ਨਮਨ ਕੀਤਾ ਔਰ ਸ਼ੁਕਰਾਚਾਰਿਆ ਜੀ ਨੂੰ ਕਿਹਾ ਕਿ ਮਹਾਰਾਜ ਹੁਣ ਦੱਸੋ ਮੈਨੂੰ ਕਿਸ ਦੇਵਤਾ ਦੀ ਆਰਾਧਨਾ, ਕਿਸ ਦੇਵਤਾ ਦੀ ਪੂਜਾ ਕਰਨੀ ਚਾਹੀਦੀ ਹੈ। ਸ਼ੁਕਰਾਚਾਰਿਆ ਜੀ ਨੇ ਪਹਿਲਾਂ ਤਾਂ ਉਸ ਨੂੰ ਸਾਰੀਆਂ ਵਿਦਿਆਵਾਂ ਉਹ ਪੜ੍ਹਾਈਆਂ ਮਤਸਾਸੁਰ ਨੂੰ, ਔਰ ਉਸ ਤੋਂ ਬਾਅਦ ਉਪਦੇਸ਼ ਦਿੱਤਾ ਕਿ ਹੇ ਬੇਟਾ ਤ੍ਰਿਲੋਚਨ ਤ੍ਰਿਨੇਤਰਧਾਰੀ ਯਾਨੀ ਕਿ ਭਗਵਾਨ ਸ਼ੰਕਰ ਜੀ ਦੀ ਪੂਜਾ ਕਰ। ਸ਼ੰਕਰ ਜੀ ਦੀ ਪੂਜਾ ਕਰਨ ਦੇ ਨਾਲ ਤੇਰੇ ਸਾਰੇ ਜਿਹੜੇ ਮਨ ਦੇ ਮਨੋਰਥ ਇਹ ਪੂਰਨ ਹੋ ਜਾਣਗੇ। ਮਤਸਾਸੁਰ ਨੇ ਭਗਵਾਨ ਮਹਾਦੇਵ ਜੀ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ। ਆਰਾਧਨਾ ਕਰਦੇ 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 ਬੜਾ ਸਮਾਂ ਬੀਤਿਆ। ਭਗਵਾਨ ਮਹਾਦੇਵ ਜੀ ਪ੍ਰਸੰਨ ਹੋ ਗਏ ਔਰ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਇਹ ਮਤਸਾਸੁਰ ਮੈਂ ਤੇਰੇ ਤੇ ਪ੍ਰਸੰਨ ਹਾਂ, ਤੂੰ ਭਾਈ ਮੇਰੇ ਤੋਂ ਜੋ ਚਾਹੇ ਵਰਦਾਨ ਮੰਗ ਲੈ। ਮਹਾਦੇਵ ਜੀ ਨੂੰ ਸਾਹਮਣੇ ਦੇਖਿਆ ਜਦੋਂ ਤ੍ਰਿਪੁਰਾਰੀ ਨੂੰ, ਔਰ ਤ੍ਰਿਪੁਰਾਰੀ ਮਹਾਦੇਵ ਜੀ ਨੂੰ ਸਾਹਮਣੇ ਦੇਖ ਕੇ ਚਰਨਾਂ ਦੇ ਵਿੱਚ ਲੋਟ-ਪੋਟ ਹੋ ਗਿਆ ਕਿ ਪ੍ਰਭੂ ਜੇ ਤੁਸੀਂ ਮੇਰੇ ਉੱਤੇ ਕਿਰਪਾ ਕੀਤੀ ਹੈ ਤਾਂ ਮੈਨੂੰ ਕੋਈ ਹਰਾ ਨਾ ਸਕੇ। ਮੈਨੂੰ ਇਸ ਤਰ੍ਹਾਂ ਦਾ ਤੁਸੀਂ ਵਰਦਾਨ ਦਿਓ, ਇਸ ਤਰ੍ਹਾਂ ਦਾ ਆਸ਼ੀਰਵਾਦ ਦਿਓ ਕਿ ਮੈਂ ਤੁਹਾਡੀ ਕਿਰਪਾ ਦੇ ਨਾਲ ਸਭ ਲੋਕਾਂ ਨੂੰ ਜਿੱਤ ਲਵਾਂ। ਮਹਾਦੇਵ ਕਹਿਣ ਲੱਗੇ ਤਥਾਸਤੂ। ਮਹਾਦੇਵ ਜੀ ਨੇ ਤਥਾਸਤੂ ਕਿਹਾ। ਉਸ ਨੇ ਆਪਣੇ ਨਾਲ ਬਹੁਤ ਸਾਰੇ ਰਾਖਸ਼ਾਂ ਨੂੰ, ਦੈਤਿਆਂ ਨੂੰ ਇਕੱਠੇ ਕੀਤਾ ਔਰ ਸਭ ਤੋਂ ਪਹਿਲੇ ਉਸ ਨੇ ਮਨੁੱਸ਼ਾਂ ਨੂੰ, ਰਿਸ਼ੀਆਂ ਮੁਨੀਆਂ ਨੂੰ, ਮਹਾਤਮਾਵਾਂ ਨੂੰ, ਦੇਵਤਾਵਾਂ ਨੂੰ, ਇਹਨਾਂ ਸਭ ਨਾਵਾਂ ਨੂੰ ਉਸਨੇ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਦੁਖੀ ਕਰਦੇ 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 ਬੜਾ ਸਮਾਂ ਬੀਤ ਗਿਆ। ਸਾਰੇ ਦੇਵਤਾ ਘਬਰਾ ਕੇ ਭਗਵਾਨ ਬ੍ਰਹਮਾ ਜੀ ਦੀ ਸ਼ਰਨ ਦੇ ਅੰਦਰ ਪਹੁੰਚੇ ਔਰ ਬ੍ਰਹਮਾ ਜੀ ਦੀ ਸ਼ਰਨ ਦੇ ਵਿੱਚ ਜਾ ਕੇ ਦੱਸਿਆ ਕਿ ਮਹਾਰਾਜ ਭੋਲੇਨਾਥ ਦੇ ਆਸ਼ੀਰਵਾਦ ਦੇ ਨਾਲ ਇਹ ਮਤਸਾਸੁਰ ਦੈਤਯ ਸਾਨੂੰ ਸਭਨਾਵਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਮਹਾਰਾਜ ਸਾਡੇ ਤੇ ਕਿਰਪਾ ਕਰੋ। ਤਾਂ ਭਗਵਾਨ ਬ੍ਰਹਮਾ ਜੀ ਕਹਿਣ ਲੱਗੇ ਕਿ ਮਹਾਦੇਵ ਜੀ ਦਾ ਦਿੱਤਾ ਹੋਇਆ ਜਿਹੜਾ ਵਚਨ ਹੈ ਮੈਂ ਤਾਂ ਉਸ ਨੂੰ ਟਾਲ ਨਹੀਂ ਸਕਦਾਗਾ। ਫਿਰ ਮਹਾਰਾਜ ਤੁਸੀਂ ਭਗਵਾਨ ਸਿੱਧੀ ਵਿਨਾਇਕ ਗਣੇਸ਼ ਜੀ ਮਹਾਰਾਜ ਦੀ ਉਪਾਸਨਾ ਕਰੋ। ਓਮ ਗੰਗ ਗਣਪਤੇ ਨਮః। ਇਸ ਮੰਤਰ ਦਾ ਉਪਦੇਸ਼ ਦਿੱਤਾ। ਇਸ ਮੰਤਰ ਦਾ ਉਪਦੇਸ਼ ਦੇ ਕੇ ਦੇਵਤਾਵਾਂ ਨੂੰ ਉਸ ਜਗ੍ਹਾ ਤੋਂ ਵਿਦਿਆ ਕੀਤਾ। ਦੇਵਤਾਵਾਂ ਨੇ ਸਭ ਨਾਵਾਂ ਨੇ ਮਿਲ ਕੇ ਔਰ ਓਮ ਗੰਗ ਗਣਪਤੇ ਨਮః ਇਸ ਮੰਤਰ ਦਾ ਜਾਪ ਕੀਤਾ ਔਰ ਇਸ ਮੰਤਰ ਦਾ ਜਾਪ ਕਰਦੇ ਕਰਦੇ ਬਹੁਤ ਸਾਰਾ ਸਮਾਂ ਬਤੀਤ ਹੋ ਗਿਆ। ਮਹਾਰਾਜ ਗਣਪਤੀ ਜੀ ਉਹਨਾਂ ਦੇ ਸਾਹਮਣੇ ਪ੍ਰਗਟ ਹੋਏ ਔਰ ਗਣਪਤੀ ਜੀ ਕਹਿਣ ਲੱਗੇ ਕਿ ਦੇਵਤਾਓ ਤੁਹਾਨੂੰ ਜੋ ਕੁਝ ਚਾਹੀਦਾ ਵਰਦਾਨ ਮੰਗੋ। ਤਾਂ ਸਭ ਦੇਵਤਾਵਾਂ ਨੇ ਕਿਹਾ ਕਿ ਪ੍ਰਭੂ ਸਾਨੂੰ ਹੋਰ ਕੁਛ ਨਹੀਂ ਚਾਹੀਦਾਗਾ ਔਰ ਸਾਨੂੰ ਤੁਸੀਂ ਇਸ ਮੂਰਖ ਮਤਸਾਸੁਰ ਤੋਂ ਮੁਕਤ ਕਰੋ। ਮਤਸਾਸੁਰ ਤੋਂ ਮੁਕਤੀ ਦਿਵਾਓ ਕਿਉਂਕਿ ਅਤਿਆਚਾਰ ਸਾਡੇ ਉੱਤੇ ਕਰ ਰਿਹਾ, ਸਾਨੂੰ ਕਿਸੇ ਜਗ੍ਹਾ 'ਤੇ ਟਿਕਣ ਨਹੀਂ ਦੇ ਰਿਹਾ, ਦੇਵਤਾਵਾਂ ਦਾ ਅਧਿਕਾਰ ਉਸ ਨੂੰ ਆਪ ਖਾ ਰਿਹਾ। ਤਾਂ ਭਗਵਾਨ ਨੇ ਉਸ ਵੇਲੇ ਵਕਰ ਤੁੰਡ ਯਾਨੀ ਕਿ ਜਿਨ੍ਹਾਂ ਦੀ ਸੁੰਡ ਟੇਢੀ ਹੈ, ਗਣੇਸ਼ ਜੀ ਦੀ ਨਾ 3 ਤਰ੍ਹਾਂ ਦੇ ਨਾਲ ਆਪਣੇ ਸੁੰਡ ਦਾ ਵਰਣਨ ਆਉਂਦਾ ਹੈ। ਇੱਕ ਬਿਲਕੁਲ ਸਿੱਧੀ ਜਿਹੜੀ ਕਿ ਆਪਾਂ ਨੂੰ ਬਹੁਤ ਘੱਟ ਮਿਲਦੀ ਹੈ ਦੇਖਣ ਦੇ ਵਿੱਚ, ਔਰ ਇੱਕ ਭਗਵਾਨ ਗਣੇਸ਼ ਜੀ ਦੀ ਸੁੰਡ ਹੁੰਦੀ ਹੈ ਸੱਜੇ ਪਾਸੇ ਨੂੰ ਮੁੜੀ ਹੋਈ ਔਰ ਇੱਕ ਹੁੰਦੀ ਹੈ ਖੱਬੇ ਪਾਸੇ ਨੂੰ ਮੁੜੀ ਹੋਈ। ਮਾੜੇ ਗ੍ਰਹਾਂ ਦੀ, ਕਰੂਰ ਗ੍ਰਹਾਂ ਦੀ ਜਿਹੜੀ ਦਸ਼ਾ ਸਾਡੇ ਉੱਤੇ ਚੱਲਦੀ ਹੋਵੇ ਉਸ ਨੂੰ ਸ਼ਾਂਤ ਕਰਨਾ ਹੋਵੇ ਜਾਂ ਕਿਸੇ ਨੂੰ ਕੋਈ ਨਜ਼ਰ ਲੱਗਦੀ ਹੋਵੇ, ਦ੍ਰਿਸ਼ਟੀ ਦੋਸ਼ ਜਿਸ ਨੂੰ ਕਿਹਾ ਜਾਂਦਾ ਹੈ,
ਜਾਂ ਜਿਸ ਨੂੰ ਆਪਾਂ ਕੋਈ ਮਾੜਾ ਮੋਟਾ ਕਹਿੰਦੇ ਨਹੀਂ, ਉਸਨੇ ਕੋਈ ਜਾਦੂ ਕਰਤਾ, ਕੋਈ ਮੰਤਰ ਇਸ ਤਰ੍ਹਾਂ ਦਾ ਕਰ ਦਿੱਤਾ, ਉਸ ਦੇ ਪ੍ਰਭਾਵ ਤੋਂ ਬਚਣ ਵਾਸਤੇ, ਤਾਂਤਰਿਕ ਉਪਾਇਆਂ ਤੋਂ ਬਚਣ ਵਾਸਤੇ ਭਗਵਾਨ ਗਣੇਸ਼ ਜੀ ਦੀ ਜਿਹੜੀ ਖੱਬੇ ਪਾਸੇ ਸੁੰਡ ਹੋਵੇ ਨਾ, ਉਸ ਦਾ ਪੂਜਨ ਕਰਨ ਦਾ ਵਿਧਾਨ ਹੈ। ਔਰ ਫਿਰ ਦੇਵਤਾਵਾਂ ਦੀ ਕਿਰਪਾ, ਗਣੇਸ਼ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ, ਘਰ ਦੀ ਸਮਰਿੱਧੀ ਵਾਸਤੇ, ਲਕਸ਼ਮੀ ਦੀ ਪ੍ਰਾਪਤੀ ਵਾਸਤੇ, ਹੋਰ ਜਿੰਨੇ ਵੀ ਸਾਤਵਿਕ ਕਾਰਜ ਹੈ, ਜੀਵਨ ਦੇ ਵਿੱਚ ਆਉਣ ਵਾਲੇ ਵਿਘਨ, ਉਹਨਾਂ ਤੋਂ ਬਚਣ ਵਾਸਤੇ ਗਣੇਸ਼ ਜੀ ਦੀ ਜਿਹੜੀ ਦੂਸਰੇ ਪਾਸੇ ਸੱਜੇ ਪਾਸੇ ਸੁੰਡ ਹੁੰਦੀ ਹੈ, ਉਸ ਮੂਰਤੀ ਦਾ ਪੂਜਨ ਕਰਨਾ ਚਾਹੀਦਾ ਹੈ। ਸਾਰੇ ਤਰ੍ਹਾਂ ਦੀ ਕਾਮਨਾਵਾਂ ਦੀ ਪੂਰਤੀ ਵਾਸਤੇ, ਮੰਤਰ ਦੀ ਸਿੱਧੀ ਵਾਸਤੇ, ਤਾਂ ਉਹਦੇ ਵਾਸਤੇ ਜਿਹੜੀ ਗਣੇਸ਼ ਜੀ ਦੀ ਬਿਲਕੁਲ ਸਿੱਧੀ ਹੋਵੇ ਸੁੰਡ, ਜਿਹੜੀ ਕਿਸੇ ਪਾਸੇ ਨਾ ਝੁਕੀ ਹੋਵੇ ਜਾਂ ਕਿਸੇ ਪਾਸੇ ਨਾ ਜਿਹਦੇ ਵਿੱਚ ਵਲ ਪਿਆ ਹੋਵੇ, ਉਸ ਦਾ ਪੂਜਨ ਕਰਨ ਦਾ ਵਿਧਾਨ ਹੈ। ਤਾਂ ਉਸ ਵੇਲੇ ਗਣੇਸ਼ ਜੀ ਮਹਾਰਾਜ ਨੇ ਉਸ ਦੈਤ ਨੂੰ ਖਤਮ ਕਰਨ ਵਾਸਤੇ ਜਿਹੜਾ ਅਵਤਾਰ ਲਿਆ, ਉਸ ਨੂੰ ਕਹਿੰਦੇ ਵਕਰ ਤੁੰਡ। ਖੱਬੇ ਪਾਸੇ ਉਹਨਾਂ ਦੀ ਜਿਹੜੀ ਸੁੰਡ ਸੀ ਉਹ ਟੇਢੀ ਹੋਈ, ਤਾਂ ਭਗਵਾਨ ਜੀ ਦਾ ਵਕਰ ਤੁੰਡ ਅਵਤਾਰ ਹੋਇਆ। ਇਸੇ ਤਰ੍ਹਾਂ ਦੇ ਨਾਲ ਦੂਸਰਾ ਅਵਤਾਰ ਏਕਦੰਤ। ਮਹਾਰਿਸ਼ੀ च्यवन ਆਪਣੇ ਆਸ਼ਰਮ ਦੇ ਅੰਦਰ ਵਾਸ ਕਰ ਰਹੇ ਹੈ, ਤਪ ਕਰ ਰਹੇ ਹੈ, ਭਗਵਾਨ ਦਾ ਸਿਮਰਨ ਕਰ ਰਹੇ ਹੈ। ਸਿਮਰਨ ਕਰਦੇ ਕਰਦੇ ਔਰ ਉਸ ਜਗ੍ਹਾ ਤੋਂ दूसरा दैत्य पैदा हो गया, और उस दुष्ट दैत्य उसने भी पैदा होके, क्योंकि जिन्ने भी दैत्य है ना, वो सारे शुक्राचार्य जी दे ही शिष्य है। दैत्यां दे गुरु है शुक्राचार्य, वो भी शुक्राचार्य जी की शरण के अंदर पहुँचे। महाराज सुन मैनू की करना चाहिए, तो उन्होंने मंत्र जाप दसिया। वो मंत्र जाप करते करते विधि विधान के नाल उन्होंने बहुत सारा समा बतीत किया, और शुक्राचार्य जी की देख रेख दे विच पाताल लोक के अंदर पहुँचे। पाताल लोक के अंदर जाके और उन्होंने उस जगह के जोड़े लोग सी, सब तो पहले तो उन्होंने जित्या। उन्होंने जितन तो बाद मृत्यु लोक के निवासियों इन्हों उन्होंने जितना शुरू कर दिता, और उस दैत्य का नाम सी मदासुर। मद, पहले मत्स्यासुर, फिर मदासुर। सारे देवता बड़े परेशान हो गए, ऋषि मुनि महात्मा परेशान हो गए। ब्रह्मा जी दे कोल गए और ब्रह्मा जी की वंदना करते हुए क्या कि हे ब्रह्मदेव, साडे उत्ते कृपा करो, साडे ते दया करो। प्रभु, यह जिहड़ा दैत्य पैदा होया है, इस दा निवारण किवें हो सकता, दुख का इस दैत्य का किवें विनाश हो सकता है। तो ब्रह्मा जी कहने लगे, बेटा च्यवन ऋषि तो यह पैदा होया है, शुक्राचार्य जी ने इसनू विद्या पढ़ाई है। शुक्राचार्य जी बहुत विद्वान है, और वो मंत्र तंत्र शास्त्र दे बड़े प्रकांड ज्ञाता है। तुसी भगवान विनायक जी महाराज का पूजन करो। विनायक जी की पूजा के नाल ही थोनू इस दुख तो छुटकारा मिलेगा। सिद्धि विनायक भगवान गणेश जी की शरण दे विच आए सब, और जदों सिद्धि विनायक जी महाराज का पूजन किया, पूजन करन तो बाद गणपति जी प्रसन्न होए, और गणपति जी कहन लगे, देवताओं वरदान मंगो। देवतावां ने अपना दुख दस्या, तो भगवान ने उस वेले एक दंत अवतार लिया। गणेश जी का दूसरा अवतार होया एक दंत। तो एक दंत अवतार लेके उन्होंने भगवान शंकर जी नू प्रणाम करके शिव आग्ञा दे नाल इस दैत्य नू खत्म किया। कुछ समा बतीत होया, सूत जी दस रहे कि ऋषियों, पहले समय के अंदर एक भगवान जी का अवतार होया महोदर। महोदर का मतलब होंदा कि बहुत बड़ा जिसका पेट है। तो गणेश जी का आप देखते हैं कि पेट बहुत बड़ा है। तो गणेश जी का यह जड़ा अवतार किस वक्त होया, तो पहले समय के अंदर महोदर इति ख्यातो ज्ञान ब्रह्म प्रकाशक। शौनक जी महाराज ने सूत जी महाराज ने पूछा कि प्रभु गणेश जी का यह अवतार किस वक्त का होया। तो सूत जी ने दसिया कि हे ऋषियों, तारक नाम का सब तो पहले एक राक्षस होया।
ਤਾਰਕਾਸੁਰ ਰਾਖਸ਼ ਦੀ ਆਪਾਂ ਕਥਾ ਸ਼ਿਵ ਪੁਰਾਣ ਦੇ ਅੰਦਰ ਸੁਣਦੇ ਆ ਕਿ ਤਾਰਕਾਸੁਰ ਨੇ ਭਗਵਾਨ ਸ਼ੰਕਰ ਜੀ ਨੇ ਭਗਵਾਨ ब्रह्मा जी तो वरदान लिया। और ब्रह्मा जी तो किस तरह का वरदान लिया कि मैं अजर ते अमर हो जावां। ब्रह्मा जी कहन लगे बेटा अजर अमर होने का मेरे कोले वरदान नहीं है, तू इस तरह का कोई वरदान मंग कि जिहदे नाल तैनूं दिसदा होवे कि मेरी मौत नहीं हो सकती। शिव पुराण की कथा है। उस वेले ब्रह्मा जी महाराज तो उसने वरदान मंगया कि प्रभु जे तुसी मेरे ते खुश हो ना तो मैनू एक मेरा मनपसंद वरदान दिओ। ब्रह्मा जी कहने लगे बोल जो तेनू चाहिए वरदान मंग लै, पर अमर नहीं मैं तेनू कर सकदा गा। उसने चारों पासे निगाह मारी कि पता नहीं देवता किस तरह के नाल मैनू खत्म कर देन। जे मैं कह दिता कि मैं आदमी तो मरना नहीं तो कोई भगवती महाकाली महालक्ष्मी महासरस्वती दुर्गा एक कोई नवा अवतार लेके ना मैनू मार देन। जे मैं कह दिता स्त्री तो नहीं मरना तो ये देवतावां दे विचों कोई ना कोई नवा अवतार लेके भी मैनू मार सकते कोई रूप धार के। तो उसने वरदान की मंगया कि माता सती प्रजापति दक्ष दे यज्ञ दे अंदर अपना शरीर त्याग चुकी। भगवान महादेव जी ने अपना तपस्या करनी शुरू कर दी, समाधि ला के बैठ गए। कई देवतावां ने प्रार्थना की थी प्रभु हुण तुसी शादी करो, तो महादेव जी कहने लगे बिल्कुल नहीं करनी। तो तारकासुर राक्षस ने वरदान मंग लिया कि प्रभु हे ब्रह्मदेव जे तुसी मेरे ते प्रसन्न हो, मेरे ते खुश हो, मैनू वरदान देना चाहुंदे हो तो भगवान शंकर जी दे बेटे दे हथों मेरी मौत होवे। बंदा कितनी बार ये सोचे बेशक यत्न हजार करे पर उसका कोई भेद न जाने क्या क्या वो करतार करे। हर एक पासे आदमी देखता कि इधरों भी बस जावां, इधरों भी बस जावां, इधरों भी बस जावां। जिन्ना मर्जी असी यत्न कर लीए सांसों का क्या भरोसा, रुक जाए कब कहाँ पे। उसने तो वरदान मंग लिया कि होर देवतावां दे हथों मेरी मौत नहीं होएगी, कोई स्त्री कोई पुरुष मैनू मार नहीं सकेगा। और भगवान शंकर जी ने शादी नहीं करवानी, ना शंकर जी की शादी होवे, ना शंकर जी दे बेटा होवे और ना ही मेरी मौत होवे। बड़ा सोच समझ के वरदान उसने मंगया, वरदान मिल गया। चारों पासियां तो उसने देवतावां नूं दुखी करना शुरू किया। अंत दे विच भगवान शंकर जी दे स्वामी कार्तिकेय नाम दे पुत्र पैदा होए माता पार्वती दे विआह तो बाद, और उसके हथों मारिया गया। कार्तिक जी के हथों उसकी मौत हुई तो उस तारक दे ही वंश दे विच एक अगे चल के तारकासुर दे वंश दे विच दैत्य पैदा होया और उसने ब्रह्मा जी महाराज नूं प्रसन्न किया। जिस वेले ब्रह्मा जी नूं प्रसन्न किया और ब्रह्मा जी तो उसने भी वरदान मंगया कि प्रभु मैनू इन्हां देवतावां दे विचों कोई भी ना मार सके। ब्रह्मा जी कहने लगे ठीक है तथास्तु। तो उसने स्वर्ग के अंदर, मृत्यु लोक के अंदर और पताल के अंदर ऋषि मुनि महात्मा इन्हां सारियां नूं दुखी करना, परेशान करना शुरू कर दिता। कोई उस जगह ते जप नहीं हो रहा, कोई तप नहीं हो रहा, कोई तीर्थ यात्रा नहीं हो रही, उस जगह ते कोई पूजा पाठ नहीं हो रही। चारों पासियां ते उसने इको ही एक आग्ञा दी सबनावां नूं कि जो भी कोई पूजा करने वाला, जो कोई पाठ करने वाला है वो सब मेरे वास्ते करना। सारे देवता दुखी होके माँ पार्वती दे कोल गए और माँ पार्वती नूं कहन लगे कि हे भवानी, हे जगत जननी, इसका निस्तार तुसी कर सकते हो। तो भवानी माँ कहन लगी कि हे देवता हो, तुसी बेटे दा मेरे दा विनायक जी का ध्यान करो। विनायक महाराज है जिहड़े वो थोनू इस कष्ट तो मुक्ति दवानगे। तो भगवान जी ने जिस वेले देवतावां ने मिल के माँ पार्वती के कहने ते गणेश जी महाराज की आराधना की थी, तो उस वेले गणेश जी महाराज महोदर यानी कि बहुत बड़ा जिन्हां दा पेट है उस रूप दे विच प्रगट होए और उस दैत्य का भगवान जी ने विनाश किया। मोहासुर नाम का एक पहले समय के अंदर राक्षस पैदा होया
ਮੋਹਾਸੁਰ ਆਪਣੇ ਹੰਕਾਰ ਦੇ ਅੰਦਰ ਇੰਨਾ ਕੁ ਜ਼ਿਆਦਾ ਭਰ ਗਿਆ ਕਿ ਉਹ ਸਾਰੇ ਜੀਵਾਂ ਨੂੰ, ਸ੍ਰਿਸ਼ਟੀ ਦੇ ਜੋ ਵੀ ਜੀਵ ਹੈ ਉਹਨਾਂ ਨੂੰ ਤੁੱਛ, ਉਹਨਾਂ ਨੂੰ ਬਹੁਤ ਹੀ ਛੋਟੇ ਮੰਨਦਾ ਹੋਇਆ ਦੇਵਤਾਵਾਂ ਨੂੰ ਪਰੇਸ਼ਾਨ ਕਰਨ ਵਾਸਤੇ ਸ਼ੁਕਰਾਚਾਰਿਆ ਦੀ ਸ਼ਰਨ ਦੇ ਵਿੱਚ ਗਏ। ਸ਼ੁਕਰਾਚਾਰਿਆ ਜੀ ਦੀ ਸ਼ਰਨ ਦੇ ਵਿੱਚ ਜਾ ਕੇ ਉਹਨਾਂ ਤੋਂ ਵਰਦਾਨ ਲਿਆ ਕਿ ਮਹਾਰਾਜ ਮੈਂ ਦੱਸੋ ਕਿਸ ਦੇਵਤਾ ਦੀ ਪੂਜਾ ਕਰਾਂ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਬ੍ਰਹਮ ਦੇਵ ਦੀ ਪੂਜਾ ਕਰੋ। ਬ੍ਰਹਮਾ ਜੀ ਮਹਾਰਾਜ ਦੀ ਉਹਨਾਂ ਨੇ ਪੂਜਾ ਕੀਤੀ। ਬ੍ਰਹਮਾ ਜੀ ਨੇ ਮੋਹਾਸੁਰ ਨੂੰ ਵਰਦਾਨ ਦਿੱਤਾ ਕਿ ਤੈਨੂੰ ਕੋਈ ਹਰਾ ਨਹੀਂ ਸਕੇਗਾ, ਤੈਨੂੰ ਕੋਈ ਦੇਵਤਾ ਜਲਦੀ ਕਿਤੇ ਪ੍ਰਾਸਤ ਨਹੀਂ ਕਰ ਸਕੇਗਾ। ਤਾਂ ਬ੍ਰਹਮਾ ਜੀ ਮਹਾਰਾਜ ਤੋਂ ਵਰਦਾਨ ਲੈ ਕੇ ਉਸਨੇ ਸਾਰੇ ਦੇਵਤਾਵਾਂ ਨੂੰ ਬੜਾ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਸਭ ਦੇਵਤਾ ਮਿਲ ਕੇ ਫਿਰ ਮਾਂ ਪਾਰਵਤੀ ਨੂੰ ਪੁੱਛਣ ਲੱਗੇ। ਪਾਰਵਤੀ ਕਹਿਣ ਲੱਗੀ ਕਿ ਵਿਨਾਇਕ ਜੀ ਦਾ ਪੂਜਨ ਕਰੋ। ਸਿੱਧੀ ਵਿਨਾਇਕ ਭਗਵਾਨ ਗਣਪਤੀ ਜੀ ਮਹਾਰਾਜ ਦਾ ਪੂਜਨ ਕੀਤਾ ਤਾਂ ਗਜਾਨਨ ਮੁਖ ਤੋਂ ਉਹ ਪ੍ਰਗਟ ਹੋਏ ਔਰ ਉਹਨਾਂ ਨੇ ਇਸ ਦੈਤ ਤੋਂ ਦੇਵਤਾਵਾਂ ਨੂੰ ਛੁਟਕਾਰਾ ਦਵਾਇਆ। ਸੂਤ ਜੀ ਮਹਾਰਾਜ ਕਹਿ ਰਹੇ ਕਿ ਰਿਸ਼ੀਓ, ਸਮੁੰਦਰ ਮੰਥਨ ਜਿਸ ਵੇਲੇ ਹੋਇਆ, ਸਮੁੰਦਰ ਮੰਥਨ ਦੇ ਸਮੇਂ ਸਮੁੰਦਰ ਦੇ ਅੰਦਰੋਂ ਸਭ ਤੋਂ ਪਹਿਲੇ ਵਿਸ਼ ਨਿਕਲੀ, ਉਸ ਦੇ ਅੰਦਰੋਂ ਕਲਪ ਬ੍ਰਿਕਸ਼ ਨਿਕਲਿਆ, ਅਪਸਰਾਵਾਂ ਨਿਕਲੀਆਂ, ਉਸ ਦੇ ਅੰਦਰੋਂ ਕਾਮਧੇਨੂ ਗਊ ਨਿਕਲੀ, ਸਾਰੀਆਂ ਚੀਜ਼ਾਂ ਉਸ ਦੇ ਅੰਦਰੋਂ ਪ੍ਰਗਟ ਹੋਈਆਂ। ਔਰ ਅੰਤ ਦੇ ਵਿੱਚ ਮੋਹਨੀ ਦਾ ਰੂਪ ਧਾਰ ਕੇ ਜਦੋਂ ਭਗਵਾਨ ਦੇਵਤਾਵਾਂ ਨੂੰ ਅੰਮ੍ਰਿਤ ਪਿਆਉਣ ਵਾਸਤੇ ਆ ਗਏ ਤਾਂ ਸਾਰੇ ਜਿੰਨੇ ਵੀ ਦੈਤ ਸੀ ਉਹਨਾਂ ਦਾ ਸਵਰੂਪ ਦੇਖ ਕੇ ਉਹਨਾਂ ਦੇ ਉੱਤੇ ਮੋਹਿਤ ਹੋ ਗਏ। ਔਰ ਮੋਹਨੀ ਨੇ ਯਾਨੀ ਕਿ ਭਗਵਾਨ ਨਾਰਾਇਣ ਜੀ ਨੇ ਉਹਨਾਂ ਨੂੰ ਮੋਹ ਜਾਲ ਦੇ ਵਿੱਚ ਫਸਾ ਕੇ ਦੇਵਤਾਵਾਂ ਨੂੰ ਅੰਮ੍ਰਿਤ ਪਿਆਇਆ ਔਰ ਰਾਖਸ਼ਾਂ ਦੇ ਵਿਨਾਸ਼ ਦਾ ਰਸਤਾ ਉਸ ਨੂੰ ਸਰਲ ਕੀਤਾ। ਔਰ ਜਿਸ ਰੂਪ ਦੇ ਵਿੱਚ ਭਗਵਾਨ ਪ੍ਰਗਟ ਹੋਏ ਸੀ, ਮੋਹਨੀ ਰੂਪ ਦੇ ਵਿੱਚ, ਆਪਣਾ ਕਾਰਜ ਪੂਰਾ ਕਰਕੇ ਦੇਵਤਾਵਾਂ ਨੂੰ ਅੰਮ੍ਰਿਤ ਪਿਆ ਕੇ ਜਦੋਂ ਭਗਵਾਨ ਆਪਣੇ ਅਸਲੀ ਰੂਪ ਦੇ ਵਿੱਚ ਆਉਣ ਲੱਗੇ ਨਾਰਾਇਣ ਜੀ, ਤਾਂ ਉਸ ਵੇਲੇ ਉਹਨਾਂ ਦੇ ਸਰੀਰ ਦੇ ਅੰਦਰੋਂ ਇੱਕ ਬਹੁਤ ਹੀ ਵਚਿੱਤਰ ਜੀਵ ਜਿਹਦੀ ਕਾਮਨਾ ਤਰ੍ਹਾਂ ਤਰ੍ਹਾਂ ਦੀ ਹੈ ਉਹ ਪ੍ਰਗਟ ਹੋਇਆ। ਔਰ ਉਸਨੇ ਪ੍ਰਗਟ ਹੋ ਕੇ ਭਗਵਾਨ ਸੂਰਜ ਨਾਰਾਇਣ ਦੀ ਆਰਾਧਨਾ ਕੀਤੀ। ਸੂਰਜ ਨਾਰਾਇਣ ਭਗਵਾਨ ਨੂੰ ਪ੍ਰਸੰਨ ਕਰਕੇ ਔਰ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਦੇ ਵਰਦਾਨ ਲਏ। ਵਰਦਾਨ ਲੈ ਕੇ ਦੇਵਤਾਵਾਂ ਨੂੰ ਪਰੇਸ਼ਾਨ ਕੀਤਾ ਔਰ ਉਹਨਾਂ ਦੇਵਤਾਵਾਂ ਨੇ ਫਿਰ ਮਿਲ ਕੇ ਭਗਵਾਨ ਜੀ ਦਾ, ਗਣਪਤੀ ਜੀ ਮਹਾਰਾਜ ਦਾ ਧਿਆਨ ਪੂਜਨ ਇਹ ਕਰਕੇ ਗਣਪਤੀ ਜੀ ਨੂੰ ਪ੍ਰਾਰਥਨਾ ਕੀਤੀ, ਪ੍ਰਭੂ ਸਾਨੂੰ ਇਹਨਾਂ ਤੋਂ ਮੁਕਤ ਕਰੋ। ਤਾਂ ਭਗਵਾਨ ਜੀ ਲੰਬੋਦਰ, ਲੰਬੋਦਰ ਦਾ ਮਤਲਬ ਵੀ ਕਿ ਜਿਹਦਾ ਪੇਟ ਬਹੁਤ ਲੰਬਾ ਹੈ, ਉਹ ਭਗਵਾਨ ਜੀ ਨੇ ਅਵਤਾਰ ਲਿਆ, ਲੰਬੋਦਰ ਅਵਤਾਰ। ਸੂਤ ਜੀ ਮਹਾਰਾਜ ਦੱਸ ਰਹੇ ਕਿ ਵਿਸ਼ਨੂੰ ਭਗਵਾਨ ਜੀ ਨੂੰ ਜਿਸ ਵੇਲੇ ਜਲੰਧਰ ਦੈਤ ਦੇ ਨਾਲ ਯੁੱਧ ਕਰਨਾ ਪਿਆ, ਆਪਾਂ ਸਭ ਕਥਾ ਜਾਣਦੇ ਹਾਂ ਕਿ ਇੱਕ ਵਾਰ ਭਗਵਾਨ ਨਾਰਾਇਣ ਆਪਣੇ ਭਗਵਾਨ ਸ਼ੰਕਰ ਜੀ ਨੂੰ ਮਿਲਣ ਵਾਸਤੇ ਦੇਵਤਾਵਾਂ ਦੇ ਰਾਜਾ ਇੰਦਰ ਗਏ। ਦੇਵਤਾਵਾਂ ਦੇ ਰਾਜਾ ਇੰਦਰ ਗੁਰੂ ਬ੍ਰਹਸਪਤੀ ਚੱਲਦੇ ਹੋਏ ਕੈਲਾਸ਼ ਪਰਬਤ ਦੇ ਉੱਤੇ ਪਹੁੰਚੇ। ਕੈਲਾਸ਼ ਪਰਬਤ ਤੇ ਪਹੁੰਚ ਕੇ ਕੀ ਦੇਖਿਆ ਕਿ ਮਹਾਦੇਵ ਉਸ ਜਗ੍ਹਾ ਤੇ ਕਿਤੇ ਵੀ ਦਿਖਾਈ ਨਹੀਂ ਦੇ ਰਹੇ, ਪਰ ਉਸ ਜਗ੍ਹਾ ਤੇ ਇੱਕ ਅਵਧੂਤ ਆਦਮੀ ਬਹੁਤ ਲੰਬਾ ਚੌੜਾ ਜਿਸ ਦਾ ਸਰੀਰ ਹੈ, ਲੰਗੋਟ ਪਾਏ ਹੋਏ ਹੈ, ਬੜੀਆਂ ਬੜੀਆਂ ਜਟਾਵਾਂ ਹੈ, ਤਾਂਬੇ ਵਰਗਾ ਉਸ ਦਾ ਰੰਗ ਹੈ। ਜਦੋਂ ਦੇਖਿਆ ਇੰਦਰ ਨੇ ਔਰ ਪੁੱਛਿਆ ਕਿ ਭਾਈ ਮਹਾਦੇਵ ਕਿਸ ਜਗ੍ਹਾ ਤੇ ਗਏ, ਮਹਾਦੇਵ ਕਿਸ ਜਗ੍ਹਾ ਤੇ ਗਏ, 2 ਵਾਰ ਪੁੱਛਿਆ, 3 ਵਾਰ ਪੁੱਛਿਆ, ਪਰ ਉਸ ਤੋਂ ਕੋਈ ਜਵਾਬ ਨਹੀਂ ਮਿਲਿਆ। ਤਾਂ ਉਸਨੇ ਆਪਣਾ ਵਜਰ ਚਲਾਇਆ ਇੰਦਰ ਨੇ, ਔਰ ਜਿਸ ਵੇਲੇ ਵਜਰ ਇਸ ਜਗ੍ਹਾ ਤੇ ਲੱਗਿਆ ਤਾਂ ਭਗਵਾਨ ਦਾ ਗਲਾ ਨੀਲਾ ਹੋ ਗਿਆ, ਕਿਉਂਕਿ ਇੰਦਰ ਦੀ ਪ੍ਰੀਖਿਆ ਲੈਣ ਵਾਸਤੇ ਭਗਵਾਨ ਸਵਯੰ ਹੀ ਇਸ ਰੂਪ ਦੇ ਵਿੱਚ ਉਸ ਜਗ੍ਹਾ ਤੇ ਅਵਧੂਤ ਅਵਤਾਰ ਹੈ ਭਗਵਾਨ ਦਾ, ਇਹ ਉਸ ਜਗ੍ਹਾ ਤੇ ਵਿਰਾਜਮਾਨ ਸੀ। ਔਰ ਉਹਨਾਂ ਦੇ ਫਿਰ ਕ੍ਰੋਧ ਪ੍ਰਗਟ ਹੋਇਆ। ਉਸ ਕ੍ਰੋਧ ਨੂੰ ਸਮੁੰਦਰ ਦੇ ਅੰਦਰ ਸੁੱਟ ਦਿੱਤਾ। ਬ੍ਰਹਸਪਤੀ ਜੀ ਦੀ ਪ੍ਰਾਰਥਨਾ ਸੁਣ ਕੇ ਭਗਵਾਨ ਸ਼ੰਕਰ ਜੀ ਨੇ ਉੱਥੋਂ ਦੈਤ ਪੈਦਾ ਹੋਇਆ ਜਿਸ ਦਾ ਨਾਮ ਸੀ ਜਲੰਧਰ। ਉਸ ਜਲੰਧਰ ਦੈਤ ਦੇ ਨਾਲ ਭਗਵਾਨ ਨਾਰਾਇਣ ਉਹ ਵੀ ਯੁੱਧ ਦੇ ਵਿੱਚ ਹਾਰ ਗਏ। ਅੰਤ ਦੇ ਵਿੱਚ ਮਹਾਦੇਵ ਭਗਵਾਨ ਸ਼ੰਕਰ ਉਸ ਦੇ ਨਾਲ ਯੁੱਧ ਕਰ ਰਹੇ ਹੈ। ਜਲੰਧਰ ਨੇ ਆਪਣਾ ਰੂਪ ਬਦਲ ਕੇ ਮਾਇਆ ਦੇ ਨਾਲ ਸ਼ੰਕਰ ਜੀ ਦਾ ਰੂਪ ਬਣਾ ਕੇ ਕੈਲਾਸ਼ ਪਰਬਤ ਤੇ ਜਾਣ ਦਾ ਵਿਚਾਰ ਕਰ ਲਿਆ।
ਮਾਂ ਪਾਰਵਤੀ ਦੇ ਕੋਲ। ਮਾਂ ਪਾਰਵਤੀ ਨੇ ਦੂਰ ਤੋਂ ਦੇਖਿਆ ਕਿ ਭਗਵਾਨ ਸ਼ੰਕਰ ਆ ਰਹੇ ਹੈ, ਪਰ ਜਦੋਂ ਨਜ਼ਦੀਕ ਪਹੁੰਚੇ ਪਤਾ ਲੱਗਿਆ ਤਾਂ ਭਗਵਤੀ ਦੀ ਕਿਰਪਾ ਦੇ ਨਾਲ ਉਸੇ ਜਗ੍ਹਾ ਤੇ ਜੜ ਵੱਤ, ਜਿਵੇਂ ਕੋਈ ਪੱਥਰ ਜਾਂ ਕੋਈ ਬ੍ਰਿਕਸ਼ ਖੜਾ ਹੋਵੇ, ਇਸ ਤਰ੍ਹਾਂ ਦੇ ਨਾਲ ਉਹਦਾ ਸਰੀਰ ਉਸੇ ਜਗ੍ਹਾ ਤੇ ਜਕੜਿਆ ਗਿਆ, ਅੱਗੇ ਨਹੀਂ ਜਾ ਸਕਿਆ। ਔਰ ਉਸੇ ਤਰ੍ਹਾਂ ਦਾ ਹੀ ਫਿਰ ਜਲੰਧਰ ਦਾ ਰੂਪ ਧਾਰ ਕੇ ਭਗਵਾਨ ਵਰਿੰਦਾ ਦੇ ਕੋਲ ਗਏ। ਔਰ ਉਸ ਵਕਤ ਫਿਰ ਇੱਕ ਰਾਖਸ਼ ਦਾ ਜਿਹੜਾ ਅਵਤਾਰ ਹੋਇਆ, ਇੱਕ ਰਾਖਸ਼ ਨੇ ਉਸ ਜਗ੍ਹਾ ਤੇ ਆਪਣਾ ਸਰੀਰ ਧਾਰਨ ਕੀਤਾ, ਜਿਹੜਾ ਛਲ ਕਪਟ ਧੋਖਾ ਇਹ ਸਭ ਚੀਜ਼ਾਂ ਕਰਨ ਵਾਲਾ ਸੀ। ਔਰ ਉਸਨੇ ਸਾਰੇ ਦੈਤਿਆਂ ਦੇਵਤਾਵਾਂ ਨੂੰ, ਮੁਨੀਆਂ ਨੂੰ, ਮਹਾਤਮਾਵਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਉਸ ਦੈਤ ਦਾ ਨਾਮ ਸੀ ਕਾਮਾਸੁਰ। ਕਾਮਾਸੁਰ ਦੈਤ ਤੋਂ ਦੁਖੀ ਹੋ ਕੇ ਦੇਵਤਾਵਾਂ ਨੇ ਭਗਵਾਨ ਦੀ, ਗਣਪਤੀ ਜੀ ਦੀ ਆਰਾਧਨਾ ਕੀਤੀ। ਔਰ ਗਣਪਤੀ ਜੀ ਨੇ ਵਿਕਟ ਅਵਤਾਰ ਲਿਆ, ਬਹੁਤ ਜ਼ਿਆਦਾ ਵਿਕਟ, ਯਾਨੀ ਬੜਾ ਵਿਚਿੱਤਰ ਅਵਤਾਰ ਭਗਵਾਨ ਦਾ। ਭਗਵਾਨ ਜੀ ਦੇ ਜਿਹੜੇ ਨਾਮ ਆਉਂਦੇ ਹੈ 12, ਉਹਦੇ ਵਿੱਚ ਆਉਂਦਾ ਸਮੁਖਸ਼ਚੈਕ ਦੰਤਸ਼ ਕਪਿਲੋ ਕਰਨ ਕਹਿ ਲੰਬੋਦਰਸ਼ ਵਿਕਟੋ ਵਿਘਨ ਨਾਸ਼ੋ ਵਿਨਾਇਕ ਹੈ। ਉਹਨਾਂ ਵਿਘਨਾਵਾਂ ਨੂੰ, ਸਾਡੀ ਵਾਸਨਾਵਾਂ ਨੂੰ ਖਤਮ ਕਰਨ ਵਾਸਤੇ ਭਗਵਾਨ ਨੇ ਵਿਕਟ ਨਾਮ ਦਾ ਅਵਤਾਰ ਲਿਆ। ਸੂਤ ਜੀ ਕਹਿ ਰਹੇ ਕਿ ਰਿਸ਼ੀਓ, ਵਿਕਟ ਅਵਤਾਰ ਲੈ ਕੇ ਉਸ ਕਾਮਾਸੁਰ ਦੈਤ ਨੂੰ ਭਗਵਾਨ ਗਣੇਸ਼ ਜੀ ਨੇ ਖਤਮ ਕੀਤਾ। ਔਰ ਫਿਰ ਭਗਵਾਨ ਜੀ ਦਾ ਅਵਤਾਰ ਹੋਇਆ ਵਿਘਨ ਰਾਜ। ਮਾਤਾ ਪਾਰਵਤੀ ਆਪਣੀ ਸਖੀਆਂ ਦੇ ਨਾਲ ਕੈਲਾਸ਼ ਪਰਬਤ ਦੇ ਉੱਤੇ ਵਿਰਾਜਮਾਨ ਸੀ। ਔਰ ਉਸ ਜਗ੍ਹਾ ਤੇ ਭਗਵਾਨ ਸ਼ੰਕਰ ਜੀ ਦੇ ਵਰਦਾਨ ਦੇ ਨਾਲ ਭਸਮਾਸੁਰ ਦੈਤ, ਕਿਉਂਕਿ ਭਗਵਾਨ ਸ਼ੰਕਰ ਜੀ ਦੀ ਆਰਾਧਨਾ ਕਰਦੇ ਕਰਦੇ ਭਸਮਾਸੁਰ ਬੜਾ ਸਮਾਂ ਬਤੀਤ ਕਰ ਦਿੱਤਾ ਉਸਨੇ। ਮਹਾਦੇਵ ਪ੍ਰਸੰਨ ਹੋਏ, ਮਹਾਦੇਵ ਕਹਿਣ ਲੱਗੇ ਵਰਮ ਰੋਹੀ ਵਰਦਾਨ ਮੰਗੋ। ਤਾਂ ਭਸਮਾਸੁਰ ਨੇ ਵਰਦਾਨ ਕੀ ਮੰਗਿਆ? ਮਹਾਰਾਜ ਜੀ ਦੇ ਸਿਰ ਦੇ ਉੱਤੇ ਹੱਥ ਰੱਖ ਦੇਵਾਂ, ਭਸਮ ਹੋ ਜਾਵੇ। ਭਗਵਾਨ ਸ਼ਿਵ ਨੇ ਵਰਦਾਨ ਤਾਂ ਦੇ ਦਿੱਤਾ, ਪਰ ਥੋੜੀ ਦੇਰ ਬਾਅਦ ਬੁੱਧੀ ਭ੍ਰਸ਼ਟ ਹੋ ਗਈ। ਭਗਵਾਨ ਸ਼ੰਕਰ ਜੀ ਦੇ ਸਿਰ ਦੇ ਉੱਤੇ ਹੀ ਹੱਥ ਰੱਖਣ ਵਾਸਤੇ ਤਿਆਰ ਹੋ ਗਿਆ। ਕਥਾ ਭਾਗਵਤ ਦੇ ਵਿੱਚ, ਦੂਸਰੇ ਗ੍ਰੰਥਾਂ ਦੇ ਵਿੱਚ ਆਉਂਦੀ ਹੈ, ਬੜੇ ਵਿਸਤਾਰ ਦੇ ਨਾਲ, ਬੜੀ ਲੰਬੀ ਚੌੜੀ ਕਥਾ ਹੈ। ਤਾਂ ਉਸ ਵਕਤ ਭਗਵਾਨ ਨਾਰਾਇਣ ਜੀ ਉਸ ਤੋਂ ਬਚਾਉਣ ਵਾਸਤੇ ਮੋਹਨੀ ਰੂਪ ਬਣਾ ਕੇ ਆਏ। ਜਿਸ ਵੇਲੇ ਮੋਹਨੀ ਰੂਪ ਉਹਨਾਂ ਨੇ ਬਣਾ ਕੇ ਔਰ ਉਸ ਦੇ ਨਾਲ ਛਲ ਕੀਤਾ। ਛਲ ਕਿਸ ਤਰ੍ਹਾਂ ਦਾ ਕੀਤਾ? ਉਸ ਨੂੰ ਆ ਕੇ ਪੁੱਛਿਆ ਭਸਮਾਸੁਰ ਨੂੰ, ਭਾਈ ਤੂੰ ਕਿਉਂ ਇਸ ਜਗ੍ਹਾ ਤੇ ਸ਼ੰਕਰ ਜੀ ਦੇ ਪਿੱਛੇ ਲੱਗਿਆ ਹੋਇਆ, ਕਿਉਂ ਇਹਨਾਂ ਨੂੰ ਮਾਰਨਾ ਚਾਹੁੰਦਾ ਹੈ, ਕਿਉਂ ਇਹਨਾਂ ਨੂੰ ਭਸਮ ਕਰਨਾ ਚਾਹੁੰਦਾ ਹੈ? ਉਸ ਨੇ ਦੱਸਿਆ ਕਿ ਮਹਾਰਾਜ ਮੈਂ ਪਾਰਵਤੀ ਨੂੰ ਵਿਆਹ ਕੇ ਲੈ ਜਾਵਾਂਗਾ ਇਹਨਾਂ ਨੂੰ ਭਸਮ ਕਰਕੇ, ਔਰ ਇਹਨਾਂ ਨੇ ਹੀ ਵਰਦਾਨ ਦਿੱਤਾ ਹੈ। ਕਹਿਣ ਲੱਗੇ ਦੇਖੋ, ਇਹਨਾਂ ਨੂੰ ਮਾਰਨ ਦੀ ਜ਼ਰੂਰਤ ਨਹੀਂ, ਭਸਮ ਕਰਨ ਦੀ ਜ਼ਰੂਰਤ ਨਹੀਂ। ਜਿਹਨੂੰ ਬੜਾ ਚੰਗਾ ਸੋਹਣਾ ਨੱਚ ਗਾਣਾ ਆਉਂਦਾ ਹੈ ਨਾ, ਪਾਰਵਤੀ ਮਾਤਾ ਉਸ ਦੇ ਵਸ ਦੇ ਵਿੱਚ ਹੋ ਜਾਂਦੀ ਹੈ। ਜੇ ਤੈਨੂੰ ਨੱਚਣਾ ਗਾਣਾ ਆਉਂਦਾ ਤਾਂ ਤੂੰ ਚੱਲ ਪਾਰਵਤੀ ਮਾਤਾ ਦੇ ਕੋਲ। ਕਹਿਣ ਲੱਗਾ ਮੈਨੂੰ ਤਾਂ ਕੁਛ ਨਹੀਂ ਆਉਂਦਾਗਾ, ਤੁਸੀਂ ਸਿਖਾ ਦਿਓ। ਉਦੋਂ ਭਗਵਾਨ ਮੋਹਨੀ ਰੂਪ ਦੇ ਵਿੱਚ ਆਏ, ਕਿਉਂਕਿ ਭਗਵਾਨ ਨੇ 2 ਵਾਰ ਮੋਹਨੀ ਅਵਤਾਰ ਲਿਆ। ਇੱਕ ਵਾਰ ਤਾਂ ਸਮੁੰਦਰ ਮੰਥਨ ਦੇ ਸਮੇਂ, ਔਰ ਇੱਕ ਵਾਰ ਭਗਵਾਨ ਸ਼ੰਕਰ ਜੀ ਦੀ ਰੱਖਿਆ ਕਰਦੇ ਵਕਤ ਮੋਹਨੀ ਅਵਤਾਰ ਲੈ ਕੇ ਉਸ ਨੂੰ ਨਾਚ ਸਿਖਾਉਂਦੇ ਸਿਖਾਉਂਦੇ ਭਗਵਾਨ ਆਪਣੇ ਸਿਰ ਦੇ ਉੱਤੇ ਹੱਥ ਲੈ ਗਏ। ਭਸਮਾਸੁਰ ਆਪਣੇ ਸਿਰ ਦੇ ਉੱਤੇ ਹੱਥ ਲੱਗਿਆ, ਉਹ ਭਸਮ ਹੋ ਗਿਆ। ਉਸ ਵੇਲੇ ਜਿਸ ਦੈਤ ਦੀ ਉਤਪੱਤੀ ਹੋਈ ਔਰ ਉਸ ਦੈਤ ਦਾ ਸ਼ੰਭਰਾਸੁਰ ਔਰ ਤ੍ਰਿਲੋਕੀ ਨੂੰ ਜਿੱਤ ਕੇ ਸਾਰੇ ਲੋਕਾਂ ਨੂੰ ਦੁਖੀ ਕਰਨ ਵਾਸਤੇ ਉਸਨੇ ਅਨਾਚਾਰ ਕਰਨਾ ਸ਼ੁਰੂ ਕਰ ਦਿੱਤਾ। तो भगवान गणेश जी महाराज के कोल सारे देवता पहुँचे कि महाराज अनाचार वध गया, सारे लोग अपने मनमानी करन लग पे, इन्हां तो सानू बचाओ। तो भगवान शेष नाग का जनेऊ पाके विघ्नेश महाराज, विघ्नहरता विनायक जी, उन्होंने विघ्न राज यानी कि आने वाली बाधावां विघ्न उन्होंने दूर करने वास्ते 7वां अवतार होया। और अंत दे विच ब्रह्मा जी महाराज जदों सृष्टि की रचना करन लगे ना, तो सूरज देव नूं उन्होंने की काम सौंपिया कि तुसी प्रकाश करना है। सारे देवतावां नूं अलग अलग जिम्मेवारियां ला दित्तियां। सूरज देवता की जिम्मेदारी की है कि संसार के अंदर प्रकाश करना है। तो उस वेले सूरज ने देखा कि जे मैं प्रकाश नहीं करांगा सारी दुनिया च अंधकार रहेगा, अंधेरा रहेगा। तो उन्होंने मन के हंकार पैदा होया। अभिमानवश
ਅਭਿਮਾਨ ਦੇ ਵਿੱਚ, ਹੰਕਾਰ ਦੇ ਵਿੱਚ ਆ ਕੇ ਉਹਨਾਂ ਨੂੰ ਇੱਕ ਛਿੱਕ ਆਈ, ਉਸ ਤੇ ਇੱਕ ਬੜਾ ਵਚਿੱਤਰ ਜੀਵ ਪੈਦਾ ਹੋਇਆ। ਅਹਮ ਉਸ ਦਾ ਨਾਮ ਰੱਖਿਆ। ਅਹਮ ਮਤਲਬ ਹੰਕਾਰ, ਮੈਂ, ਕਿ ਮੈਂ ਨਾ ਹੋਵਾਂ ਇਸ ਤਰ੍ਹਾਂ ਦੇ ਨਾਲ ਹੋ ਜਾਵੇ, ਮੈਂ ਨਾ ਹੋਵਾਂ ਇਸ ਤਰ੍ਹਾਂ ਦੇ ਨਾਲ ਹੋ ਜਾਵੇ। ਉਸ ਨੇ ਵੀ ਸ਼ੁਕਰਾਚਾਰੇ ਤੋਂ ਗੁਰੂ ਮੰਤਰ ਲੈ ਕੇ ਔਰ ਆਪਣੇ ਬ੍ਰਹਮਦੇਵ ਜੀ ਨੂੰ ਪ੍ਰਸੰਨ ਕੀਤਾ, ਵਰਦਾਨ ਲਏ। ਸੂਰਜ ਭਗਵਾਨ ਦੀ ਉਪਾਸਨਾ ਕੀਤੀ, ਉਹਨਾਂ ਤੋਂ ਵਰਦਾਨ ਲਏ। ਫਿਰ ਦੁਨੀਆ ਦੇ ਵਿੱਚ ਉਸਨੇ ਅਨਾਚਾਰ, ਦੁਰਾਚਾਰ ਸ਼ੁਰੂ ਕੀਤਾ। ਭਗਵਾਨ ਗਣੇਸ਼ ਜੀ ਦੀ ਸ਼ਰਨ ਦੇ ਵਿੱਚ ਦੇਵਤਾ ਗਏ ਔਰ ਭਗਵਾਨ ਜੀ ਨੇ ਅਵਤਾਰ ਲਿਆ। ਗਣੇਸ਼ ਜੀ ਨੇ ਧੂਮਰ ਵਰਨ, ਇਹ 8 ਅਵਤਾਰ ਭਗਵਾਨ ਗਣੇਸ਼ ਜੀ ਦੇ ਹੈ ਔਰ ਇਹਨਾਂ ਨੂੰ ਅਸ਼ਟ ਵਿਨਾਇਕ ਨਾਮ ਤੋਂ ਪੂਜਿਆ ਜਾਂਦਾ ਹੈ। ਔਰ ਇਹਨਾਂ ਦੀ ਪੂਜਾ ਦੇ ਵਿੱਚ ਆਮ ਜਿਹੜੀ ਸਮਾਨ ਸਮੱਗਰੀ ਆਪਾਂ ਵਰਤਦੇ ਇਹੀ ਆਉਂਦੀ ਹੈ। ਸੂਤ ਜੀ ਮਹਾਰਾਜ ਦੱਸ ਰਹੇ ਕਿ ਇਹ ਰਿਸ਼ੀਓ, ਸਤਯੁਗ ਦੇ ਅੰਦਰ ਭਗਵਾਨ ਗਣੇਸ਼ ਜੀ ਨੇ ਜਿਸ ਵੇਲੇ ਆਪਣਾ ਅਵਤਾਰ ਲਿਆ ਤਾਂ ਉਸ ਵਕਤ ਗਣੇਸ਼ ਜੀ ਮਹਾਰਾਜ ਉਹਨਾਂ ਦੇ ਪੂਜਨ ਵਾਲੇ ਸੀ, ਜਿਹੜੇ ਉਹਨਾਂ ਦੀ ਆਰਾਧਨਾ ਕਰਨ ਵਾਲੇ ਔਰ ਉਹਨਾਂ ਦੀ ਵੰਦਨਾ ਕਰਨ ਵਾਲੇ ਸੀ, ਜਿਹੜੇ ਉਹ 10 ਭੁਜਾ ਸੀ ਭਗਵਾਨ ਗਣੇਸ਼ ਜੀ ਦੀਆਂ। ਭਗਵਾਨ ਗਣਪਤੀ ਜੀ ਦੇ 10 ਭੁਜਾਵਾਂ ਸੀ ਔਰ 10 ਹੀ ਉਹਨਾਂ ਨੇ ਆਯੁਧ ਯਾਨੀ ਸ਼ਸਤਰ ਅਸਤਰ ਇਹ ਧਾਰਨ ਕੀਤੇ ਹੋਏ ਸੀ। ਔਰ ਉਸ ਵੇਲੇ ਭਗਵਾਨ ਗਣਪਤੀ ਜੀ ਮਹਾਰਾਜ ਦਾ ਸਫੇਦ ਰੰਗ ਦਾ ਵਰਣ ਸੀ, ਬੜਾ ਅੱਛਾ ਸਵਰੂਪ। ਔਰ ਉਸ ਵਕਤ ਭਗਵਾਨ 10 ਭੁਜਾ ਧਾਰ ਕੇ ਭਗਤਾਂ ਦੇ ਦੁੱਖਾਂ ਨੂੰ ਦੂਰ ਕਰਦੇ ਸੀ। ਤ੍ਰੇਤਾ ਯੁੱਗ ਆ ਗਏ। ਤ੍ਰੇਤਾ ਯੁੱਗ ਦੇ ਅੰਦਰ ਭਗਵਾਨ ਦੀ 2 ਭੁਜਾਵਾਂ ਕਮ ਹੋ ਗਈਆਂ ਔਰ ਉਹਨਾਂ ਦਾ ਸ਼ਵੇਤ ਉਦਰ, ਸ਼ਵੇਤ ਵਰਨ, ਮੋਰ ਦੇ ਉੱਪਰ ਉਹਨਾਂ ਦੀ ਸਵਾਰੀ। ਤ੍ਰੇਤਾ ਯੁੱਗ ਦੇ ਵਿੱਚ ਮਯੂਰੇਸ਼ ਭਗਵਾਨ ਦੀ ਪੂਜਾ ਹੋਣੀ ਸ਼ੁਰੂ ਹੋਈ। ਮਯੂਰ ਯਾਨੀ ਕਿ ਮੋਰ ਦੇ ਉੱਤੇ ਸਵਾਰੀ ਕਰਨ ਵਾਲੇ ਭਗਵਾਨ, ਮੋਰ ਦੇ ਈਸ਼ਵਰ, ਇਸ ਰੂਪ ਦੇ ਵਿੱਚ ਪੂਜੇ ਜਾਣ ਲੱਗੇ। ਜਿਸ ਵੇਲੇ ਆਇਆ ਦੁਆਪਰ ਯੁੱਗ, ਦੁਆਪਰ ਯੁੱਗ ਦੇ ਅੰਦਰ ਲਾਲ ਭਗਵਾਨ ਗਣੇਸ਼ ਜੀ ਦਾ ਸਿੰਧੂਰੀ ਰੰਗ ਸੀ, ਕਿਉਂਕਿ ਸਿੰਧੂਰਾਸੁਰ ਨਾਮ ਦਾ ਇੱਕ ਦੈત્य ਹੋਇਆ, ਉਸ ਨੂੰ ਭਗਵਾਨ ਨੇ ਮਾਰਿਆ, ਜਿਸ ਤੋਂ ਸਿੰਧੂਰੀ ਰੰਗ ਹੋਇਆ ਭਗਵਾਨ ਦਾ। ਔਰ ਸਿੰਧੂਰੀ ਚੀਜ਼ਾਂ ਭਗਵਾਨ ਨੂੰ ਪਿਆਰੀਆਂ ਹੋਈਆਂ, ਮੱਥੇ ਤੇ ਭਗਵਾਨ ਦੇ ਸਿੰਧੂਰ ਦਾ ਤਿਲਕ ਲੱਗਣ ਲੱਗਿਆ। ਔਰ ਇਸ ਤੋਂ ਬਾਅਦ ਆ ਗਿਆ ਕਲਯੁਗ। ਕਲਯੁਗ ਦੇ ਅੰਦਰ ਭਗਵਾਨ ਜੀ ਦਾ ਜਿਹੜਾ ਵਾਹਨ ਹੈ ਉਹ ਮੂਸ਼ਕ ਦਾ ਹੈ ਔਰ ਭਗਵਾਨ ਦਾ ਰਕਤ ਪੀਤ ਮਿਸ਼ਰਤ ਵਰਨ ਹੈ। ਔਰ ਇਸ ਚਤੁਰਭੁਜਾ ਰੂਪ ਦਾ ਪੂਜਨ ਕਰਨ ਦੇ ਨਾਲ ਪ੍ਰਾਣੀ ਨੂੰ ਰਿੱਧੀ ਸਿੱਧੀਆਂ ਇਹ ਸਭ ਚੀਜ਼ਾਂ ਪ੍ਰਾਪਤ ਹੁੰਦੀਆਂ ਹੈ। ਸਤਯੁਗ ਦੇ ਅੰਦਰ 10 ਭੁਜਾਵਾਂ, ਉਸ ਤੋਂ ਬਾਅਦ 8 ਭੁਜਾਵਾਂ, ਫਿਰ 6 ਭੁਜਾਵਾਂ। ਕਲਯੁਗ ਦੇ ਅੰਦਰ ਭਗਵਾਨ ਗਣਪਤੀ ਜੀ ਦੀਆਂ 4 ਭੁਜਾਵਾਂ ਹੈ ਔਰ ਆਪਾਂ 4 ਭੁਜਾਧਾਰੀ ਗਣੇਸ਼ ਜੀ ਮਹਾਰਾਜ ਦੀ ਪੂਜਾ ਅਰਚਨਾ, ਵੰਦਨਾ, ਆਰਾਧਨਾ ਕਰਦੇ ਹਾਂ। ਔਰ ਇਹਨਾਂ ਦੇ ਕਿਰਪਾ ਦੇ ਨਾਲ ਆਪਾਂ ਨੂੰ ਸਭ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ। ਔਰ ਇਹ ਗਣੇਸ਼ ਜੀ ਮਹਾਰਾਜ ਦੀ ਕਥਾ ਸੰਖੇਪ ਦੇ ਵਿੱਚ ਦੱਸੀ ਗਈ ਹੈ, ਕਿਉਂਕਿ ਪੁਰਾਣਾਂ ਦੇ ਵਿੱਚੋਂ ਇੱਕ ਗਣੇਸ਼ ਪੁਰਾਣ ਹੈ। ਕਿਉਂਕਿ ਇੱਕ ਤਾਂ ਹੈ ਮਹਾਪੁਰਾਣ, ਫਿਰ ਪੁਰਾਣ, ਇਸ ਤੋਂ ਬਾਅਦ ਉਪ ਪੁਰਾਣ ਔਰ ਉਸ ਤੋਂ ਬਾਅਦ ਹੈ ਔਪੇ ਪੁਰਾਣ, ਉਸ ਤੋਂ ਬਾਅਦ ਹੈ ਕਸ਼ੁਦਰ ਪੁਰਾਣ, ਜਿਨ੍ਹਾਂ 'ਚ ਥੋੜ੍ਹੇ ਪ੍ਰਸੰਗ ਹੁੰਦੇ ਹੈ। ਤਾਂ ਇਹ ਗਣੇਸ਼ ਜੀ ਮਹਾਰਾਜ ਦੀ ਕਥਾ ਗਣੇਸ਼ ਪੁਰਾਣ ਦੇ ਅੰਦਰ ਇਹ ਵਿਦਮਾਨ ਹੈ। ਇਸ ਦੇ ਅੰਦਰ 72 ਅਧਿਆਏ ਹੈ, 9 ਇਸ ਦੇ ਖੰਡ ਹੈ ਔਰ ਇਸ ਦੇ ਵਿੱਚ ਗਣਪਤੀ ਮਹਾਰਾਜ ਦੀ ਅਪਾਰ ਲੀਲਾ ਹੈ। ਉਹਨਾਂ ਦੇ ਵਿੱਚੋਂ ਜਿੰਨਾ ਕੁ ਆਪਣੇ ਕੋਲੇ ਸਮਾਂ ਮਿਲਿਆ ਆਪਾਂ ਭਗਵਾਨ ਗਣੇਸ਼ ਜੀ ਦੀ ਉਨੀ ਲੀਲਾ ਨੂੰ ਸ਼ਰਵਨ ਕੀਤਾ। ਗਣੇਸ਼ ਜੀ ਦੀ ਇੱਕ ਵੀ ਕਥਾ ਅਸੀਂ ਜੀਵਨ ਦੇ ਵਿੱਚ ਉਤਾਰ ਲਈਏ। ਕਿਸ ਤਰ੍ਹਾਂ ਦੀ ਕਥਾ? ਮਾਤਰੀ ਦੇਵੋ ਭਵ, ਕਿ ਸਾਨੂੰ ਮਾਂ ਦਾ ਆਸ਼ੀਰਵਾਦ ਮਿਲ ਜਾਵੇ, ਅਸੀਂ ਇਸ ਤਰ੍ਹਾਂ ਦਾ ਕਰਮ ਕਰਨ ਲੱਗ ਪਈਏ ਤਾਂ ਸਾਰੇ ਦੇਵਤਾ ਵੀ ਪਿੱਛੇ ਹਟ ਜਾਂਦੇ ਹੈ। ਸਾਰੇ ਦੇਵਤਾਵਾਂ ਦੇ ਉੱਪਰ ਵੀ ਗਣੇਸ਼ ਜੀ ਮਹਾਰਾਜ ਭਾਰੀ ਪੈ ਜਾਂਦੇ ਹੈ। ਮਾਂ ਦੇ ਆਸ਼ੀਰਵਾਦ ਦੇ ਨਾਲ ਸਾਨੂੰ ਰਿੱਧੀਆਂ ਸਿੱਧੀਆਂ ਮਿਲਦੀਆਂ ਹੈ। ਮਾਤਾ ਦੇ ਆਸ਼ੀਰਵਾਦ ਦੇ ਨਾਲ ਅਸੀਂ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਆਪਣਾ ਨਾਮ ਉੱਚਾ ਕਰਨ ਦੇ ਵਿੱਚ ਸਫਲ ਹੋ ਜਾਂਦੇ ਹਾਂ। ਮਾਤਾ ਦੀ ਕਿਰਪਾ ਦੇ ਨਾਲ, ਪਿਤਾ ਦੀ ਕਿਰਪਾ ਦੇ ਨਾਲ ਦੁਨੀਆ ਦੇ ਵਿੱਚ, ਸਮਾਜ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਜੀਵ ਨਹੀਂ ਜਿਹੜਾ ਸਾਨੂੰ ਅੱਗੇ ਵਧਣ ਤੋਂ ਰੋਕ ਸਕਦਾ ਹੋਵੇ। ਤੋ ਕੁੱਲ ਮਿਲਾ ਕੇ ਗਣੇਸ਼ ਜੀ ਦੀ ਪੂਜਾ, ਗਣੇਸ਼ ਜੀ ਦੀ ਮਹਿਮਾ, ਗਣੇਸ਼ ਜੀ ਦੀ ਚਰਚਾ, ਗਣੇਸ਼ ਜੀ ਦੀ ਕਥਾ ਸਾਡੇ ਜੀਵਨ ਨੂੰ ਖੁਸ਼ਹਾਲ ਬਣਾਉਂਦੀ ਹੈ,
ਸਾਡੇ ਜੀਵਨ ਨੂੰ ਮੰਗਲਮੈ ਬਣਾਉਂਦੀ ਹੈ ਔਰ ਸਾਡੇ ਚਿੰਤਨ ਨੂੰ ਬਦਲਦੀ ਹੈ। ਜਿਵੇਂ ਪਹਿਲਾਂ ਦੱਸਿਆ, ਚਿੱਤਰ ਨੂੰ ਨਹੀਂ ਕਥਾ ਬਦਲਦੀ, ਚਿੰਤਨ ਨੂੰ ਬਦਲਦੀ ਹੈ। ਸਾਡੀ ਜਦੋਂ ਸੋਚ ਬਦਲ ਜਾਂਦੀ ਹੈ, ਸਾਡਾ ਚਿੱਤਰ ਬਦਲ ਜਾਂਦਾ ਹੈ, ਤਾਂ ਆ ਸਾਡਾ ਆਪਣੇ ਚਿੰਤਨ ਬਦਲ ਜਾਂਦਾ ਹੈ। ਚਿੰਤਨ ਬਦਲਣ 'ਤੇ ਇਹ ਸਾਰਾ ਕੁਛ ਬਦਲ ਕੇ ਅਸੀਂ ਪਰਮਾਤਮਾ ਦੀ ਲਾਈਨ 'ਤੇ ਚੱਲ ਪੈਂਦੇ ਹਾਂ, ਪਰਮਾਤਮਾ ਦੇ ਰਾਸਤੇ 'ਤੇ ਚੱਲ ਪੈਂਦੇ ਹਾਂ ਔਰ ਪਾਰ ਬ੍ਰਹਮ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਹੁੰਦੀ ਹੈ। ਪਹਿਲੇ ਦਿਨ ਵੀ ਦੱਸਿਆ ਗਿਆ ਕਿ ਨਿਰਾਕਾਰ ਬ੍ਰਹਮ ਜਿਸ ਵੇਲੇ ਸਾਕਾਰ ਹੁੰਦੇ ਹੈ, ਬ੍ਰਹਮਾ ਦੇ ਰੂਪ ਦੇ ਵਿੱਚ ਪ੍ਰਗਟ ਹੋ ਕੇ ਉਹ ਸ੍ਰਿਸ਼ਟੀ ਦੀ ਰਚਨਾ ਕਰਦੇ ਹੈ। ਵਿਸ਼ਨੂੰ ਰੂਪ ਦੇ ਵਿੱਚ ਪ੍ਰਗਟ ਹੋ ਕੇ ਉਹ ਦੁਨੀਆ ਦੀ ਪਾਲਣਾ ਕਰਦੇ ਹੈ। ਕਾਲ ਅਗਨੀ ਰੁਦਰ ਰੂਪ ਦੇ ਵਿੱਚ ਉਹੀਓ ਨਿਰਾਕਾਰ ਬ੍ਰਹਮ ਪ੍ਰਗਟ ਹੋ ਕੇ ਸਾਰੇ ਸਮਾਜ ਨੂੰ, ਦੁਨੀਆ ਨੂੰ ਆਪਣੇ ਅੰਦਰ ਸਮਾ ਲੈਂਦੇ ਹੈ। ਔਰ ਉਹੀਓ ਨਿਰਾਕਾਰ ਬ੍ਰਹਮ ਜਿਸ ਵੇਲੇ ਦੁਨੀਆ ਦੇ ਉੱਤੇ ਵਿਘਨ ਆਉਂਦੇ ਹੈ, ਤਰ੍ਹਾਂ ਤਰ੍ਹਾਂ ਦੇ ਕਸ਼ਟ ਆਉਂਦੇ ਹੈ, ਔਰ ਉਸ ਵੇਲੇ ਗਣਪਤੀ ਰੂਪ ਦੇ ਵਿੱਚ ਆ ਕੇ ਉਹ ਸਾਰੇ ਕਸ਼ਟਾਂ ਨੂੰ ਭਗਵਾਨ ਦੂਰ ਕਰਦੇ ਹੈ। ਤਾਂ ਗਣਪਤੀ ਜੀ ਦੀ ਇਹ ਕਥਾ ਨੂੰ ਆਪਾਂ ਇਸ ਜਗ੍ਹਾ 'ਤੇ ਵਿਸ਼ਰਾਮ ਦੇ ਰਹੇ ਹਾਂ। ਔਰ ਇਸ ਕਥਾ ਦੇ ਦੌਰਾਨ ਆਪਣੇ ਤੋਂ ਕਿਸੇ ਤਰ੍ਹਾਂ ਦੇ ਨਾਲ ਕਥਾ ਕਰਦੇ ਹੋਏ, ਸੁਣਦੇ ਹੋਏ ਕੋਈ ਤਰੁਟੀ ਰਹਿ ਗਈ ਹੋਵੇ, ਭਗਵਾਨ ਗਣਪਤੀ ਵਿਘਨ ਹਰਤਾ, ਵਿਘਨ ਵਿਨਾਸ਼ਕ, ਉਹ ਸਾਡੇ ਸਭ ਅਪਰਾਧਾਂ ਨੂੰ ਖਿਮਾ ਕਰਨ, ਆਪਾਂ ਨੂੰ ਆਪਣੇ ਚਰਨਾਂ ਦੀ ਭਗਤੀ ਪ੍ਰਦਾਨ ਕਰਨ। ਕੱਲ੍ਹ ਨੂੰ ਗਣੇਸ਼ ਜੀ ਮਹਾਰਾਜ ਦਾ ਆਪਾਂ ਵਿਸਰਜਨ ਯਾਤਰਾ ਉਹ ਸੁਬਹ 9 ਵਜੇ ਸ਼ੁਰੂ ਹੋਏਗੀ। ਸ਼ਾਮ ਪਰਿਕਰਮਾ ਕਰਦੇ ਹੋਏ, ਨਗਰ ਪਰਿਕਰਮਾ ਪਹਿਲਾਂ ਦੀ ਤਰ੍ਹਾਂ ਹੀ ਸ਼ਾਮ ਨੂੰ ਹਰੀ ਕੇ ਪੱਤਨ ਵਿਸਰਜਨ ਕੀਤਾ ਜਾਏਗਾ। ਔਰ ਇਸ ਦੇ ਨਾਲ ਹੀ ਮੰਦਰ ਦੇ ਅੰਦਰ ਹੋਣ ਵਾਲੇ ਜੋ ਵੀ ਕਾਰਿਕ੍ਰਮ ਹੈ, ਜੋ ਪ੍ਰੋਗਰਾਮ ਹੈ, ਤੁਹਾਡੇ ਸਭਨਾਵਾਂ ਦੇ ਸਹਿਯੋਗ ਦੇ ਨਾਲ ਹੋ ਰਹੇ ਹੈ, ਉਸ ਦੀ ਚਰਚਾ ਸਾਡੇ ਸ਼੍ਰੀ ਅਸ਼ੋਕ ਬਾਂਸਲ ਜੀ ਸਭਨਾਵਾਂ ਦੇ ਨਾਲ ਕਰਨਗੇ ਔਰ ਗਣਪਤੀ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣਗੇ। ਸ਼੍ਰੀ ਅਸ਼ੋਕ ਬਾਂਸਲ ਜੀ ਜਿਨ੍ਹਾਂ ਨੇ ਜੋਤੀ ਪ੍ਰਚੰਡ ਕੀਤਾ ਹੈ, ਜੋ ਸਾਨੂੰ ਸਹਿਯੋਗ ਦੇ ਰਹੇ ਹੈ ਔਰ ਜੋ ਇਸ ਜਗ੍ਹਾ 'ਤੇ ਸਮਾਗਮ ਹੋ ਰਹੇ ਹੈ, ਉਹਨਾਂ ਦਾ ਆਯੋਜਨ ਬੜੇ ਅੱਛੇ ਤਰੀਕੇ ਦੇ ਨਾਲ ਇਹ ਮੰਦਰ ਕਮੇਟੀ ਕਰ ਰਹੀ ਹੈ। ਸਾਧੂਵਾਦ ਦਾ ਪਾਤਰ ਹੈ ਸਭ ਮੰਦਰ ਕਮੇਟੀ ਦੇ ਸੱਜਣ। तो श्री अशोक बांसल जी। बोलो गणपति महाराज की जय। बोलिए सच्चिदानंद भगवान की, गणपति जी महाराज की, पवन पुत्र हनुमान की। बहुत ही पावन पवित्र भव्य गणपति जी का दरबार और दरबार दे विच व्यास गद्दी ते विराजमान साडे बहुत ही विद्वान धर्माचार्य साडे पुरोहित जी, मंदिर दे पंडित पवन गौतम जी और मेरे सामने बैठी देवी स्वरूप बहुत ही प्यारी संगत, सारियां दे श्री चरनां दे विच मेरे वल्लों मंदिर कमेटी वल्लों बहुत ही सत्कार नाल नमन। मेरे वीर जिन्ने बैठे है मंदिर कमेटी के मैंबर ते मेरे जिन्ने वीर आए है सारियां दा इत्थे आउण दे उपर बहुत बहुत सत्कार करदी है मंदिर कमेटी और जी आया कहंदी है और सारियां नूं असीं बहुत ही निੱਘੀ जी आया कहने हैं। जिथों तक तलक हैगा बहुत ही शानदार तरीके दे नाल आपां गणपति जी का पूजन विधि विधान के नाल सारे पंडित जियां दी, अरुण शुक्ला जी दी सारी टीम ने बहुत ही मेहनत करके बहुत विधि विधान के नाल आपां पूजन किया। कल गणपति जी का विदाई दिवस आ गया है ना, गणपति बप्पा मोरिया अगले बरस तो जल्दी आ। सो कल सवेरे 9 बजे विदाई पूजन ठीक 9 बजे शुरू हो जाऊगा। मंदिर कमेटी वालों पंडित जी के श्री चरणों च बेनती की गई है भी किसी भी बंदे कारण गणपति पूजन विदाई पूजन लेट ना किया जाए। जेड़ा बंदा टाइम के उपर पहुँच जाऊगा संगत के विचों भी जोड़े लोग पूजन के उपर आना चाहते हैं असी उन्होंने जी आया कहने हैं। सवेरे ठीक 9 बजे गणपति जी का विदाई पूजन शुरू हो जाऊगा। उस तो बाद कोशिश करांगे 10 साढ़े 10 बजे तक आप शोभा यात्रा शुरू कर दिए। जिस तरह का भी हालात होंगे, जिस तरह का भी आपां नूं टाइम मिलूगा। शोभा यात्रा का रूट सानू पंडित जी बहुत बार दस चुके है। आपां इत्थों
ਮੇਨ ਗੇਟ ਤੋਂ ਚੱਲ ਕੇ ਪ੍ਰਤਾਪ ਰੋਡ ਤੋਂ ਬਾਟਾ ਚੌਕ ਤੱਕ ਜਾਵਾਂਗੇ। ਬਾਟਾ ਚੌਕ ਤੋਂ ਦੇਵ ਹੋਟਲ ਤੋਂ ਹੁੰਦੇ ਹੋਏ 3 ਨੰਬਰ ਗਲੀ 'ਚ ਹੋ ਕੇ, ਕਾਲਜ ਰੋਡ ਹੋ ਕੇ, ਸਟੇਡੀਅਮ ਰੋਡ ਹੋ ਕੇ ਗੀਤਾ ਭਵਨ ਚੌਂਕ ਦੇ ਵਿੱਚ ਇੱਕ ਵਾਰੀ ਵਿਸ਼ਰਾਮ ਦਿੱਤਾ ਜਾਊਗਾ ਯਾਤਰਾ ਨੂੰ। ਉਸ ਤੋਂ ਬਾਅਦ ਥੋੜ੍ਹੀ ਸਪੀਡ ਦੇ ਨਾਲ ਗੱਡੀਆਂ ਰਾਜੀਵ ਹਸਪੀਟਲ ਹੋ ਕੇ ਸਿਟੀ ਪਾਰਕ ਰਿਜ਼ੋਰਟ ਦੇ ਵਿੱਚ ਜਾਣਗੀਆਂ। ਉੱਥੇ ਹਲਕਾ ਫੁਲਕਾ ਨਾਸ਼ਤੇ ਦਾ ਇੰਤਜ਼ਾਮ ਕੀਤਾ ਗਿਆ ਹੈਗਾ। ਔਰ ਸਾਰੀ ਸੰਗਤ ਕੋਲੇ ਮੇਰੀ ਬੜੀ ਹੱਥ ਜੋੜ ਕੇ ਬੇਨਤੀ ਹੈ, ਰਸਤੇ ਦੇ ਵਿੱਚ ਆਪਣੇ ਜਿਹੜੇ ਸ਼ਰਧਾਲੂ ਹੈ, ਭਗਤ ਹੈ, ਬਹੁਤ ਹੀ ਸ਼ਰਧਾ ਦੇ ਨਾਲ, ਪਿਆਰ ਦੇ ਨਾਲ, ਚਾਹ ਦੇ ਨਾਲ ਉਹ ਆਪਣੇ ਵਾਸਤੇ ਸਟਾਲਾਂ ਲਾਉਂਦੇ ਆ, ਕੋਈ ਪਾਣੀ ਦੀ, ਕੋਈ ਲੱਡੂ ਦੀ, ਕੋਈ ਸਮੋਸਿਆਂ ਦੀ। ਔਰ ਆਪਣਾ ਜਿੰਨੀ ਵੀ ਸੰਗਤ ਬੈਠੀ ਹੈ, ਮੈਂ ਸਮਝਦਾ ਇੱਕ ਇੱਕ ਬੰਦਾ ਵੀ ਆਪਾਂ 100 ਬੰਦੇ ਨੂੰ ਖਵਾ ਸਕਦੇ ਹਾਂ। ਬਟ ਉੱਥੇ ਜਾ ਕੇ ਪਤਾ ਨਹੀਂ ਕਿਉਂ ਆਪਾਂ ਚੀਨਾ ਛਪਟੀ ਸ਼ੁਰੂ ਕਰ ਦਿੰਦੇ ਹੈਗੇ ਆ। ਥੋੜ੍ਹਾ ਜਿਹਾ ਆਪਾਂ ਮਰਿਆਦਾ ਦੇ ਵਿੱਚ ਰਵਾਂਗੇ, ਉਹਦੇ ਨਾਲ ਆਪਣੀ ਸ਼ੋਭਾ ਵੀ ਵਧੂਗੀ, ਆਪਣੇ ਮੰਦਰ ਦੀ ਸ਼ੋਭਾ ਵੀ ਵਧੂਗੀ। ਔਰ ਜਿਹੜੇ ਲੋਕ ਉੱਥੇ ਸਟਾਲਾਂ ਲਾਉਂਦੇ ਹੈਗੇ ਆ ਉਹਨਾਂ ਦਾ ਵੀ ਹੌਸਲਾ ਵੱਧਦਾ। ਜਦੋਂ ਉਹ ਆਪਣੀ ਹਾਲਾਤ ਦੇਖਦੇ ਹੈਗੇ ਆ, ਉਹ ਕਹਿੰਦੇ ਯਾਰ ਕੀ ਕਰੀ ਜਾਂਦੇ ਹੈਗੇ ਆ, ਅਸੀਂ ਇੰਨੀ ਸ਼ਰਧਾ ਨਾਲ ਲਾਇਆ। ਸੋ ਜਿੰਨੇ ਵੀ ਸਟਾਲ ਲਗਾਈ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਬਟ ਜੇ ਆਪਾਂ ਥੋੜ੍ਹਾ ਜਿਹਾ ਲਾਈਨ ਦੇ ਵਿੱਚ ਆਰਾਮ ਨਾਲ ਲੈ ਲਾਂਗੇ, ਸਮਾਨ ਸਭ ਨੂੰ ਮਿਲੂਗਾ। ਸੋ ਇਸ ਕਰਕੇ ਬੜੀ ਹੱਥ ਜੋੜ ਕੇ ਮੰਦਰ ਕਮੇਟੀ ਵੱਲੋਂ ਬੇਨਤੀ ਹੈ ਕਿ ਥੋੜ੍ਹਾ ਜਿਹਾ ਮਰਿਆਦਾ ਦਾ ਪਾਲਨ ਕਰਦੇ ਹੋਏ ਠੀਕ ਢੰਗ ਦੇ ਨਾਲ ਆਪਾਂ ਉਹਦੇ ਪ੍ਰਸ਼ਾਦ ਲਈਏ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਹੈਗਾ, ਜਿਹੜਾ ਮੌਸਮ ਹੈਗਾ, ਮੌਸਮ ਬਹੁਤ ਗਰਮੀ ਬਹੁਤ ਜ਼ਿਆਦਾ ਹੈ, ਮੌਸਮ ਦਾ ਕੁਛ ਨਹੀਂ ਪਤਾ ਲੱਗਦਾ। ਹਿਊਮਿਡਿਟੀ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਹੈ। ਆਪਦੀ ਸਿਹਤ ਦਾ, ਆਪਦੇ ਕੋਲੇ ਪਾਣੀ ਦੀ ਬੋਤਲ ਇੱਕ ਛੋਟੀ ਰੱਖੋ ਔਰ ਆਪਣਾ ਧਿਆਨ ਰੱਖਦੇ ਹੋਏ ਯਾਤਰਾ ਦੇ ਨਾਲ ਚੱਲੋ, ਕਿਉਂਕਿ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਲੇ ਕਰੋਨਾ ਨੇ ਵੀ ਆਪਣਾ ਪੂਰੀ ਤਰ੍ਹਾਂ ਖਹਿੜਾ ਛੱਡਿਆ ਨਹੀਂ ਗਾ। ਅਤੇ ਫਿੱਟ ਹੋ ਜੂਗੀ ਤੁਹਾਡੇ ਵੱਲ। ਸੋ ਇਹ ਤਾਂ ਸੀਗਾ ਸਾਡਾ ਆਪਣਾ ਸ਼ੋਭਾ ਯਾਤਰਾ ਦਾ ਪ੍ਰੋਗਰਾਮ। ਉਸ ਤੋਂ ਬਾਅਦ ਹੁਣ ਮੰਦਰ ਕਮੇਟੀ ਦੇ ਵਿੱਚ ਮੈਂ ਮੰਦਰ ਕਮੇਟੀ ਵੱਲੋਂ ਆਪਣੇ ਪ੍ਰੋਜੀਆਂ ਵੱਲੋਂ ਧੰਨਵਾਦ ਕਰਦਾ ਸ਼੍ਰੀ ਓਮਕਾਰ ਗਿਆਨੀ ਜੀ ਦਾ, ਜਿਹੜਾ ਕਿ ਤਬਲੇ ਦੇ ਉੱਪਰ ਸਾਡਾ ਬਹੁਤ ਦਿਨਾਂ ਤੋਂ ਸਾਥ ਦੇ ਰਹੇ ਹੈ ਔਰ ਬਹੁਤ ਹੀ ਅੱਛਾ ਸੰਗੀਤ। ਆਸ਼ੂ ਕਟਾਰੀਆ ਜੀ ਪੈਡ ਦੇ ਉੱਪਰ ਉਹ ਬਹੁਤ ਅੱਛਾ ਸਾਥ ਦੇ ਰਹੇ ਹੈ। ਉਮੇਸ਼ ਕੁਮਾਰ ਜੀ ਸਾਊਂਡ ਦੇ ਉੱਪਰ ਸਾਡਾ ਬਹੁਤ ਹੀ ਵਧੀਆ ਸਾਊਂਡ ਸਾਨੂੰ ਪ੍ਰੋਵਾਈਡ ਕਰਕੇ ਇਸ ਸਾਰੇ ਸਮਾਗਮ ਨੂੰ ਹੋਰ ਵੀ ਚਾਰ ਚੰਦ ਲਗਾ ਰਹੇ ਹੈ। ਮੈਂ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਸਾਡੇ ਮੁਰਲੀ ਜੀ 2-3-4 ਦਿਨ ਤਾਂ ਆਏ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਸਾਰੀ ਸੰਗਤ ਵੱਲੋਂ ਗਣਪਤੀ ਜੀ ਅੱਗੇ ਬੇਨਤੀ ਹੈ ਵੀ ਉਹਨਾਂ ਦੇ ਕੋਈ ਬਿਮਾਰ ਹੈ ਘਰ ਦੇ ਵਿੱਚ, ਪਰਮਾਤਮਾ ਉਹਨਾਂ ਦੇ ਮਿਸਿਸ ਬਿਮਾਰ ਹੈ, ਇਸ ਕਰਕੇ ਉਹ ਆ ਨਹੀਂ ਰਹੇ। ਸਾਰੀ ਸੰਗਤ ਵੱਲੋਂ ਪਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਉਹਨਾਂ ਨੂੰ ਬਹੁਤ ਜਲਦੀ ਤੰਦਰੁਸਤ ਕਰਨ, ਤਾਂ ਕਿ ਉਹ ਅੱਗੇ ਵਾਸਤੇ ਮੰਦਰ ਦੀਆਂ ਸੇਵਾਵਾਂ ਉਸ ਤਰ੍ਹਾਂ ਹੀ ਦਿੰਦੇ ਰਹਿਣ। ਮੈਂ ਬਹੁਤ ਧੰਨਵਾਦ ਕਰਦਾ ਮਹਾਮ੍ਰਿਤੁੰਜੈ ਮਹਿਲਾ ਸੰਕੀਰਤਨ ਮੰਡਲ, ਜਿਹੜੇ ਕਿ ਰੋਜ਼ ਹੀ ਇੱਥੇ ਬਹੁਤ ਹੀ ਸੁੰਦਰ ਭਜਨ ਗਾ ਕੇ ਇਸ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਦ ਲਗਾਉਂਦੇ ਹੈ। ਸ਼੍ਰੀਮਤੀ ਸਰਿਤਾ ਸੁੰਦਰ ਕਾਂਡ ਭਜਨ ਮੰਡਲੀ, ਮੈਂ ਉਹਨਾਂ ਦਾ ਸਾਰੇ ਮੰਦਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੈਗੇ ਹੈ। ਐਤਕੀ ਵੀ ਰਾਧਾ ਅਸ਼ਟਮੀ ਦੇ ਵਿੱਚ ਉਹਨਾਂ ਨੇ ਬਹੁਤ ਅੱਛੀ ਰੌਣਕ ਲਗਾਈ ਔਰ ਰੋਜ਼ ਹੀ ਆਪਾਂ ਨੂੰ ਬਹੁਤ ਹੀ ਅੱਛੇ ਭਜਨ ਸੁਣਾਉਂਦੇ ਹੈ। ਸਾਡੇ ਪੱਤਰਕਾਰ ਭਰਾ ਸ਼੍ਰੀ ਭੂਸ਼ਣ ਅਗਰਵਾਲ ਜੀ ਦੈਨਿਕ ਭਾਸਕਰ ਤੋਂ, ਸ਼੍ਰੀ ਤਰਲੋਕ ਨਰੂਲਾ ਜੀ ਦੈਨਿਕ ਜਾਗਰਣ ਤੋਂ, ਸ਼੍ਰੀ ਜੈ ਕਿਸ਼ਨ ਗੁਲਾਟੀ ਜੀ ਦੈਨਿਕ ਸਵੇਰਾ ਤੋਂ, ਜਿਹੜੇ ਕਿ ਰੋਜ਼ ਹੀ ਸਾਡੀ ਬਹੁਤ ਹੀ ਅੱਛੀ ਕਵਰੇਜ ਦੇ ਕੇ ਮੰਦਰ ਦੀ ਸਾਡੀਆਂ ਸਾਰੀਆਂ ਖਬਰਾਂ ਘਰ ਘਰ ਦੇ ਵਿੱਚ ਪਹੁੰਚਾਉਂਦੇ ਹੈਗੇ ਆ, ਜਿਹਦੇ ਨਾਲ ਲੋਕਾਂ ਦੇ ਵਿੱਚ ਇੱਕ ਹੋਰ ਅਵੇਅਰਨੈਸ ਵੱਧਦੀ ਹੈ ਵੀ ਮੰਦਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ। ਔਰ ਇਸੇ ਕਰਕੇ ਮੰਦਰ ਦੇ ਵਿੱਚ ਡੇ ਬਾਈ ਡੇ ਰੌਣਕ ਵੀ ਵੱਧਦੀ ਨਜ਼ਰ ਆਉਂਦੀ ਹੈ। ਬਹੁਤ ਹੀ ਤਹਿ ਦਿਲ ਨਾਲ ਸ਼ੁਕਰੀਆ ਸ਼੍ਰੀ ਮਹਿੰਦਰਪਾਲ ਸ਼ਰਮਾ ਜੀ ਦਾ, ਕੈਮਰਾਮੈਨ, ਜਿਹੜੇ ਕਿ ਇੱਕ ਵਾਰੀ ਜ਼ੋਰਦਾਰ ਤਾਲੀਆਂ ਕਰ ਦਿਓ ਇਹਨਾਂ ਵਾਸਤੇ, ਜਿਹੜੇ ਕਿ ਫਾਸਟਵੇ ਕੇਬਲ ਦੇ ਵਿੱਚ ਸਾਡੇ ਪਤਾ ਨਹੀਂ ਕਿੰਨੇ 40-50 ਪਿੰਡਾਂ ਦੇ ਵਿੱਚ ਸਾਰੇ ਮੋਗੇ ਦੇ ਵਿੱਚ ਲੋਕ ਘਰ ਬੈਠ ਕੇ ਆਪਣਾ ਪ੍ਰੋਗਰਾਮ ਦੇਖ ਰਹੇ ਹੈਗੇ ਆ। ਔਰ ਸਾਰੀ ਫਾਸਟਵੇ ਕੇਬਲ ਮੋਗਾ ਦੀ ਸੰਪੂਰਨ ਟੀਮ ਹੈ ਜਿਹੜੀ, ਮੈਂ ਉਹਨਾਂ ਦਾ ਸਾਰੇ ਮੰਦਰ ਕਮੇਟੀ ਵੱਲੋਂ
ਔਰ ਸਾਰੇ ਸਾਡੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਪਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ। ਕੱਲ੍ਹ ਦਾ ਪ੍ਰੋਗਰਾਮ ਤੁਹਾਨੂੰ ਸਾਰਾ ਦੱਸਦਾ। ਹੋਰ ਵੀ ਜਿਹੜੇ ਪ੍ਰੋਗਰਾਮ ਹੈ, ਮੈਂ ਸਮਝਦਾ ਵੀ ਜਿਹੜਾ ਆਪਣਾ ਇਹ ਗਣਪਤੀ ਜੀ ਦਾ ਪ੍ਰੋਗਰਾਮ ਹੈ, ਇਹ ਆਪਣੇ ਜਿਹੜੇ 1 ਸਾਲ ਦੇ ਪ੍ਰੋਗਰਾਮ ਹੈ, ਜੇ ਆਪਾਂ ਕੱਤਕ ਮਹਾਤਮ ਦੀ ਕਥਾ ਨੂੰ ਛੱਡ ਦਈਏ ਤਾਂ ਤਕਰੀਬਨ ਅਖੀਰਲਾ ਪ੍ਰੋਗਰਾਮ ਹੈ। ਹੁਣ ਆਪਾਂ ਅਗਲੇ ਸਾਲ ਦੇ ਪ੍ਰੋਗਰਾਮ ਲਿਖਣੇ ਹੈ। ਜਿਹੜੇ ਪ੍ਰੋਗਰਾਮ ਪਹਿਲਾਂ ਚੱਲਦੇ ਆ ਉਹ ਤਾਂ ਚੱਲਦੇ ਹੀ ਹੈ। ਜੇ ਸਾਡੇ ਸੰਗਤ ਵੱਲੋਂ, ਮੈਂ ਸਾਰੀ ਮੰਦਰ ਕਮੇਟੀ ਵੱਲੋਂ ਬੇਨਤੀ ਕਰਦਾ, ਜੇ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ, ਆਪਾਂ ਇਹਨਾਂ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ, ਕੋਈ ਨਵਾਂ ਪ੍ਰੋਗਰਾਮ ਰੱਖਣਾ ਚਾਹੁੰਦੇ ਹੋ, ਉਹਦੇ ਮੁਤਾਬਕ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਜੇ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਜੋ ਵੀ ਤੁਸੀਂ ਕੋਈ ਨਵਾਂ ਪ੍ਰੋਗਰਾਮ ਮੰਦਰ ਦੇ ਵਿੱਚ ਕਰਨਾ ਚਾਹੁੰਦੇ ਹੋ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਇੰਨਾ ਕਹਿੰਦਾ ਹੋਇਆ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਔਰ ਇਸ ਤਰ੍ਹਾਂ ਹੀ ਆਪਾਂ ਸਾਰੇ ਮੰਦਰ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਆਪਾਂ ਮੰਦਰ ਦੇ ਪ੍ਰੋਗਰਾਮਾਂ ਨੂੰ ਕਾਮਯਾਬ ਕਰਾਈਏ। ਬੋਲੀਏ ਗਣਪਤੀ ਜੀ ਮਹਾਰਾਜ ਕੀ, ਸ਼ੰਕਰ ਭਗਵਾਨ ਕੀ ਜੈ। ਤੋ ਸਮਾਂ ਤਾਂ ਆਰਤੀ ਦਾ ਸੀ, ਪਰ ਸਾਡੇ ਪ੍ਰਧਾਨ ਜੀ ਆਏ ਰਾਜ ਬੰਸਲ ਜੀ, ਦਵਿੰਦਰ ਗੁਪਤਾ ਜੀ ਦੇ ਨਾਲ, ਪਵਨ ਜੀ ਦੇ ਨਾਲ, ਹੋਰ ਸਾਡੇ ਜਿਹੜੇ ਮੈਂਬਰ ਬੈਠੇ, ਪਤਾ ਨਹੀਂ ਕੀ ਸਲਾਹ ਕਰਕੇ ਆਏ ਆ, ਹੁਣੇ ਹੁਕਮ ਕਰਕੇ ਗਏ। ਮੈਂ ਉਹੀ ਕਹਿਣ ਲੱਗਿਆ ਜੀ, ਹਾਂ ਉਹੀਓ ਕਹਿਣ ਲੱਗਿਆ ਮਹਾਰਾਜ ਮੈਂ। ਹਾਂਜੀ ਹਾਂਜੀ, ਤਾਂ ਕਹਿੰਦੇ ਕਿ ਭਜਨ ਜ਼ਰੂਰ ਹੋਣੇ ਚਾਹੀਦੇ ਹੈ। ਤਾਂ ਪ੍ਰਸ਼ਾਦ ਵੀ ਤਿਆਰ ਹੈ, ਜਿਨ੍ਹਾਂ ਨੇ ਪ੍ਰਸ਼ਾਦ ਲੈ ਲਿਆ ਠੀਕ ਹੈ, ਬਾਕੀ ਜਾਣ ਲੱਗੇ ਸਭ ਪ੍ਰਸ਼ਾਦ ਲੈ ਕੇ ਜਾਣਗੇ। 2-3 ਭਜਨ ਹੋਣਗੇ, ਛੋਟੇ ਛੋਟੇ, ਉਹ ਵੀ ਜ਼ਿਆਦਾ ਵੱਡੇ ਨਹੀਂ ਹੋਣਗੇ। ਤਾਂ ਸਭ ਤੋਂ ਪਹਿਲੇ ਇੱਕ ਭਜਨ ਛੋਟਾ ਜਿਹਾ, ਇਸ ਤੋਂ ਬਾਅਦ ਸਾਡੇ 2 ਮੰਡਲ ਇਸ ਜਗ੍ਹਾ 'ਤੇ ਬੈਠੇ ਵਿਰਾਜਮਾਨ ਹੈ। ਸਾਡੇ ਮੰਡਲ ਦੀ ਸਾਡੀ ਮਾਤਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਜੋ ਹਾਜ਼ਰੀ ਲਗਾਉਂਦੀਆਂ, ਉਹ ਜਿਸ ਤਰ੍ਹਾਂ ਦੇ ਨਾਲ ਵੀ ਠੀਕ ਇਹਨਾਂ ਨੂੰ ਲੱਗੇ, ਸਾਡੀ ਮਾਤਾ ਭੈਣਾਂ ਨੂੰ ਉਹ 2 ਭਜਨ ਆਪਣੇ ਢੰਗ ਦੇ ਨਾਲ ਗਾਣਗੀਆਂ। ਇਸ ਤੋਂ ਪਹਿਲੇ ਹਾਂਜੀ ਰਾਜ ਜੀ 2 ਮਿੰਟ ਜੀ, ਹੁਣ ਤੁਸੀਂ ਮਹਾਰਾਜ ਉਹਨਾਂ ਸਰੀਰ ਵੱਲ ਵੀ ਦੇਖੋ ਜਰਾ ਕੁ। ਹਜੇ ਕੋਈ ਬੈਠਣ ਦਿਓ ਜੀ 1 ਮਿੰਟ। ਰਾਜ ਜੀ ਆ ਜਾਓ, ਬੈਠੋ ਦੋ। ਬੋਲਦੀ ਹੈ ਨਹੀਂ ਜੀ, ਆਗਿਆ ਹੋਵੇ ਤਾਂ। ਪਹਿਲੇ ਗਿਆਨੀ ਜੀ ਤਬਲਾ ਰੱਖੀ ਹੋ ਜੇ ਪਹਿਲਾਂ ਆਪਣੇ ਵੇਲੇ। ਹਾਂ बहुत नाज करते हैं रहमत पे हम, बहुत नाज करते हैं रहमत पे हम। ਆਪਾਂ ਕਿਸੇ ਨੂੰ ਵੀ ਕਹਿੰਦੇ ਨਾ ਕਿ ਸਾਨੂੰ ਤੇਰੇ ਤੇ ਬੜਾ ਮਾਣ ਹੈ, ਸਾਨੂੰ ਤੇਰੇ ਤੇ ਬੜਾ ਫਕਰ ਹੈ, ਤਾਂ ਆਪਾਂ ਨੂੰ ਕਿਸ ਤੇ ਹੋਣਾ ਚਾਹੀਦਾ ਹੈ? ਆਪਣੇ ਪਰਮਾਤਮਾ ਤੇ, ਕਿ ਪ੍ਰਭੂ ਤੇਰੀ ਕਿਰਪਾ ਤੇ, ਤੇਰੀ ਰਹਿਮਤ ਤੇ, ਤੇਰੀ ਦਇਆ ਤੇ ਸਾਨੂੰ ਬੜਾ ਫਕਰ ਹੈ, ਸਾਨੂੰ ਬੜਾ ਮਾਣ ਹੈ, ਸਾਨੂੰ ਬੜਾ नाज है। तो सब ने मिलके क्या कहना, बहुत नाज करते हैं रहमत पे हम, बहुत नाज करते हैं रहमत पे हम। सलामत रहे तेरी, सलामत रहे तेरी नजरें करम, बहुत नाज करते हैं रहमत पे हम, बहुत नाज करते हैं रहमत पे हम।
जिधर देखते हैं उधर तू ही तू है, जिधर देखते हैं, जिधर देखते हैं उधर तू ही तू है, जिधर देख हर एक शय में जलवा तेरा हूबहू है, हर एक शय में जलवा। जमाना दीवाना होके, दीवाना दीवाना होके चूमे चरण, बहुत नाज करते हैं रहमत पे हम, बहुत नाज करते हैं रहमत पे हम। तेरी रहमतों का नहीं है ठिकाना, तेरी रहमतों का, तेरी रहमतों का नहीं है ठिकाना, तेरी रहमतों का है दीदार तेरा, दया का खजाना है दीदार तेरा, है दीदार तेरा, दया का खजाना है दीदार तेरा। सभी शहनशाह तेरा, सभी शहनशाह तेरा भरते हैं दम, बहुत नाज करते हैं रहमत पे हम, बहुत नाज करते हैं रहमत पे हम। सलामत रहे तेरी, सलामत रहे तेरी नजरें करम, बहुत नाज करते हैं रहमत पे हम, बहुत नाज करते हैं रहमत पे हम। बोलो गणपति महाराज की, शंकर भगवान की जय। हाँ जी, हम दो भजन, एक उधरला मंडल एक अपने मंडल लगा दो।